ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਅੱਜ ਦੇ ਇਸ ਬੜੇ ਹੀ ਔਖੇ ਦੌਰ ਚੋਂ ਜਿਸ ਚੋਂ ਆਪਾਂ ਸਾਰੇ ਗੁਜ਼ਰਦੇ ਪਏ ਹਾਂ, ਕੋਈ ਇੱਕ ਦੋ ਨਹੀਂ, ਜਾਂ ਕੋਈ ਇੱਕ ਸ਼ਹਿਰ ਦੇ ਜਾਂ ਕੋਈ ਇੱਕ ਪਿੰਡ ਦੇ, ਸ਼ਾਇਦ ਆਪਣੀ ਹਯਾਤੀ ਦੇ ਵਿੱਚ ਪਹਿਲਾ ਸਮਾਂ ਕਿ ਕੁੱਲ ਲੋਕਾਈ ਹੀ ਇੱਕ ਔਖੇ ਦੌਰ ਚੋਂ ਗੁਜ਼ਰਦੀ ਪਈ ਆ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਨਾਲ ਹੀ ਜਿਹੜੀ ਆਪਾਂ ਪੰਕਤੀ ਪੜ੍ਹੀ ਆ ਪੰਚਮ ਪਾਤਸ਼ਾਹ ਦੀ, ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਕਰਨ ਕਾਰਨ ਸਮਰੱਥ ਸੁਆਮੀ ਉਹੀ ਹੈ, ਮੇਰਾ ਗੁਰ ਪੂਰਾ ਸੁਖ ਦਾਤਾ। ਇਹ ਐਸਾ ਸਮਾਂ ਬਣਿਆ ਪਿਆ ਕਿ ਸ਼ਾਇਦ ਕਈ ਵਾਰੀ ਤਾਂ ਇਵੇਂ ਮਹਿਸੂਸ ਹੁੰਦਾ ਕਿ ਜਦੋਂ ਆਪਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤੇ ਸਿੰਧੂ ਘਾਟੀ ਦੀ ਸੱਭਿਅਤਾ ਤੇ ਹੋਰ ਐਸੇ ਜਿਹੜੇ ਆਰਕਾਈਵਜ਼ ਨੇ ਬਹੁਤ ਪੁਰਾਣੇ, ਉਹਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਸੀ ਤੇ ਸੋਚਦੇ ਸੀ ਇਹ ਪਤਾ ਨਹੀਂ ਕਿਵੇਂ ਹੋਇਆ ਹੋਏਗਾ ਜਾਂ ਕੀ ਹੋਇਆ ਹੋਏਗਾ। ਅੱਜ ਦਾ ਜਦੋਂ ਸਮਾਂ ਦੇਖਦੇ ਤੇ ਕਈ ਵਾਰੀ ਐਵੇਂ ਮਹਿਸੂਸ ਹੁੰਦਾ ਕਿ ਸ਼ਾਇਦ ਸਾਡੀਆਂ ਗੁਸਤਾਖੀਆਂ ਤੋਂ ਉਹ ਮਾਲਕ ਡਾਢਾ ਨਾਰਾਜ਼ ਹੋ ਗਿਆ। ਤੇ ਸ਼ਾਇਦ ਉਹ ਇਸ ਸਭ ਕੁਝ ਨੂੰ ਸਮੇਟਣ ਦੀ ਸੋਚ ਰਿਹਾ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਦੁਨੀਆ ਹੈ ਇੱਕ ਛੋਟੇ ਜਿਹੇ ਇੱਕ ਵਾਇਰਸ ਤੋਂ ਪ੍ਰਭਾਵਿਤ ਹੋ ਕੇ ਤੇ ਲੱਖਾਂ ਦੀ ਤਾਦਾਦ 'ਚ ਹੀ ਜੋ ਹੈ ਉਹ ਕੀਮਤੀ ਜਾਨਾਂ ਜਾ ਰਹੀਆਂ ਨੇ। ਜਦ ਇਸ ਪੱਖ ਤੋਂ ਦੇਖਦੇ ਹਾਂ ਤੇ ਮਨ ਦਾ ਭੈਭੀਤ ਹੋਣਾ ਇੱਕ ਕੁਦਰਤੀ ਵਰਤਾਰਾ ਬਣਦਾ ਹੈ। ਕਿਉਂਕਿ ਸਾਡੀ ਮੱਤ ਛੋਟੀ ਹੁੰਦੀ ਹੈ, ਆਪਾਂ ਨੂੰ ਜੋ ਦਿਖਦਾ ਆਪਾਂ ਉਸ ਦੇ ਹਿਸਾਬ ਦੇ ਨਾਲ ਗੱਲ ਕਰ ਸਕਦੇ ਹਾਂ ਜਾਂ ਕਮੈਂਟ ਕਰ ਸਕਦੇ ਜਾਂ ਸੋਚ ਸਕਦੇ ਹਾਂ। ਪਰ ਇਸ ਦੇ ਨਾਲ ਹੀ ਨਾਲ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਐਸੇ ਅਲਫਾਜ਼ ਵੀ ਬਖਸ਼ਿਸ਼ ਕਰਦੇ ਨੇ ਕਿ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ। ਹੁਣ ਇਹ ਦੋ ਚੀਜ਼ਾਂ ਨੇ, ਇੱਕ ਤਾਂ ਸਾਹਮਣੇ ਦਿਖ ਰਹੀ ਹੈ ਤੇ ਇੱਕ ਗੁਰੂ ਸਾਹਿਬ ਦੀ ਦਰਵਾਸ ਹੈ। ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ। ਹੁਣ ਇਸ ਹਾਲਾਤ ਦੇ ਵਿੱਚ ਆਪਾਂ ਆਖਰ ਕੀ ਕਰੀਏ? ਜਦੋਂ ਆਲੇ ਦੁਆਲੇ ਅੱਗ ਲੱਗੀ ਹੋਏ, ਇਨਸਾਨ ਭਾਵੇਂ ਆਪ ਸੇਫ ਜਗ੍ਹਾ ਤੇ ਵੀ ਬੈਠਾ ਹੋਏ ਤਾਂ ਵੀ ਉਹਨੂੰ ਮਹਿਸੂਸ ਹੁੰਦਾ ਹੈ ਕਿ ਬੜਾ ਖਲਾਰਾ ਵੱਧਦਾ ਜਾ ਰਿਹਾ। ਐਸੇ ਦੌਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਪਿੱਛੇ ਇੱਕ ਦਿਨ ਮਹਾਰਾਜ ਦੀ ਬਾਣੀ ਪੜ੍ਹਦਿਆਂ ਇੱਕ ਤੁਕ ਸਾਹਮਣੇ ਆਉਂਦੀ ਹੈ, ਜਪ ਜਪ ਨਾਮ ਤੁਮਹਾਰੋ ਪ੍ਰੀਤਮ, ਤਨ ਤੇ ਰੋਗ ਖਏ।
जप जप नाम तुम्हारो प्रीतम, तन ते रोग खए। क्योंकि साडा मन थोड़ा जिहा चंचल हुंदा जदों दुख रोग संताप उतरे की गल आउंदी है ना, उदों असीं कई वारी सोचते हैं शायद ये गुरु साहब मानसिक रोगों की गल कर रहे होणगे, क्योंकि सानूं पढ़ाउण वाले बड़े हुंदे ने। पढ़ाउण वाले बहुते हुंदे ने, पर खैर जे देखिया जाए तो वो खुद उन्ने पढ़े नहीं हुंदे जिन्नी वड्डी वो गल कर जांदे ने कई बार। खुद उन्हां दा कोई प्रैक्टिकल नहीं हुंदा, ते जिहड़ा प्रैक्टिकल वाला हुंदा है ਉਹਦੇ ਬਚਨਾਂ 'ਚ ਤਾਕਤ ਹੁੰਦੀ ਹੈ, ਕਿਉਂਕਿ ਉਹ ਪ੍ਰੈਕਟੀਕਲ ਵਾਲੇ ਦੀ ਸੁਣਦਾ, ਦੂਜੇ ਦੀ ਉਹ ਸੁਣਦਾ ਨਹੀਂ। ਵੇਖਣ ਨੂੰ ਭਾਵੇਂ ਜਿਹੜਾ ਲਿਬਾਸ ਹੈ ਜਾਂ ਦਿੱਖ ਹੈਗੀ ਹੈ ਉਹ ਕੱਲੀ ਵਿਦਵਤਾ ਵਾਲੇ ਦੀ ਸ਼ਾਇਦ ਬਿਹਤਰ ਹੋਏ, ਪਰ ਕੱਲੀ ਵਿਦਵਤਾ ਜਿਹੜੀ ਹੈ ਨਾ ਉਹ ਸਾਨੂੰ ਉਸ ਜਗ੍ਹਾ ਤੱਕ ਨਹੀਂ ਪਹੁੰਚਾ ਪਾਉਂਦੀ ਜਿੱਥੇ ਇਸ ਵਕਤ ਅਸੀਂ ਜਾਣਾ ਚਾਹੁੰਦੇ ਹਾਂ। ਕਿਉਂਕਿ ਆਹ ਸਮਾਂ ਇਵੇਂ ਦਾ ਹੈ ਕਿ ਸਾਨੂੰ ਹੋਰ ਕੁਝ ਨਹੀਂ ਸੁੱਝ ਰਿਹਾ, ਕਿਸੇ ਨੂੰ ਵੀ ਨਹੀਂ ਕੁਝ ਸੁੱਝ ਰਿਹਾ, ਨਾ ਇਸ ਵੇਲੇ ਸਾਇੰਸਦਾਨਾਂ ਨੂੰ ਸੁੱਝ ਰਿਹਾ, ਨਾ ਡਾਕਟਰਾਂ ਨੂੰ ਸੁੱਝ ਰਿਹਾ, ਨਾ ਸਰਕਾਰਾਂ ਨੂੰ ਸੁੱਝ ਰਿਹਾ, ਨਾ ਪੁਲਿਸ ਨੂੰ ਸੁੱਝ ਰਿਹਾ, ਤੇ ਆਮ ਲੋਕਾਂ ਨੂੰ ਸਾਨੂੰ ਇੱਕ ਬੜੀ ਹੀ ਘੁੰਮਣ ਘੇਰੀ ਜਿਹੀ 'ਚ ਫਸੇ ਹੋਏ ਹਾਂ। ਕਰੀਏ ਤਾਂ ਕੀ ਕਰੀਏ। ਇਹ ਪੰਕਤੀ ਮੈਂ ਸਮਝਦਾ ਕਿ ਇੱਕ ਹੀ ਬਹੁਤ ਹੈ ਕਿ ਜੇ ਅਸੀਂ ਤੁਰ ਪਈਏ ਤੇ ਜਪ ਜਪ ਨਾਮ ਤੁਮਹਾਰੋ ਪ੍ਰੀਤਮ, ਤਨ ਤੇ ਰੋਗ ਖਏ। ਤਨ ਦੇ ਰੋਗ, ਮਨ ਦੇ ਨਹੀਂ ਇਕੱਲੇ, ਤਨ ਦੇ ਵੀ। ਤੇ ਇਹ ਜਿਹੜਾ ਰੋਗ ਹੈ ਤਨ ਦਾ। ਹੁਣ ਜਿਹੜੇ ਇਸ ਤੋਂ ਰਿਕਵਰ ਹੋਏ ਨੇ ਉਹਨਾਂ ਦੇ ਵੱਲ ਜਦ ਤੱਕਦੇ ਆ ਜਾਂ ਉਹ ਸਾਰੇ ਕੇਸ ਨੂੰ ਇੱਕ ਵਾਰੀ ਚਿੱਤ ਵਿੱਚ ਲੈ ਕੇ ਆਈਏ ਤੇ ਇੱਕ ਉਹਦੇ ਵਿੱਚ ਬੜਾ ਵੱਡਾ ਸਾਨੂੰ ਆਸਪੈਕਟ ਨਜ਼ਰ ਆਉਂਦਾ ਕਿ ਉਹਨਾਂ ਦਾ ਭਰੋਸਾ, ਉਹਨਾਂ ਦਾ ਕੌਨਫੀਡੈਂਸ। ਆਪਾਂ ਪਿੱਛੇ ਜੇ ਆਪ ਜੀ ਦੇ ਨਾਲ ਇੱਕ ਸਾਂਝ ਵੀ ਪਾਈ ਸੀ ਕਿ ਜਿਹੜਾ ਦਿੱਲੀ ਦਾ ਪਹਿਲਾ ਪੇਸ਼ੈਂਟ ਰਿਕਵਰ ਹੋਇਆ ਸੀ, ਹਿੰਦੂ ਵੀਰ ਸਾਡਾ, ਉਹਦਾ ਭਰੋਸਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿੱਤਰ ਜਲ ਦੇ ਉੱਤੇ ਇਸੇ ਢੰਗ ਦੇ ਨਾਲ ਹੋਰ ਵੀ ਜਿਹੜੇ ਰਿਕਵਰ ਹੋ ਰਹੇ ਨੇ ਉਹਨਾਂ ਦੇ ਮਨ ਦਾ ਜਿਹੜਾ ਭਰੋਸਾ ਹੈ ਉਹ ਬੜਾ ਅਹਿਮ ਹੈ। ਕਿਉਂਕਿ ਇਮਿਊਨਿਟੀ ਤੇ ਭਰੋਸਾ ਸਾਡੀ ਸੈਲਫ ਕੌਨਫੀਡੈਂਸ ਉਹਨੂੰ ਕਹਿ ਲਈਏ, ਜੇ ਤਾਂ ਸਾਡਾ ਸੈਲਫ ਉਹਨਾਂ ਸਟਰੋਂਗ ਹੋਵੇ ਤੇ ਸੈਲਫ ਕੌਨਫੀਡੈਂਸ ਵੀ ਕੰਮ ਕਰ ਜਾਂਦਾ। ਤੇ ਜੇ ਤੇਰਾ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇ ਫਿਰ ਉਸ ਤੋਂ ਵੀ ਵੱਡੀ ਗੱਲ ਹੋ ਜਾਂਦੀ, ਕਿਉਂਕਿ ਜਿਹਦੇ ਤੇ ਭਰੋਸਾ ਕਰ ਲਈਏ ਉਹ ਬਹੁਤ ਵੱਡਾ ਹੈ। ਸੋ ਇਸ ਵਕਤ ਮੈਂ ਸਮਝਦਾ ਕਿ ਸਾਡੇ ਵਾਸਤੇ ਇਹ ਓਟ ਲੈਣ ਦਾ ਜਿਹੜਾ ਰਸਤਾ ਹੈ ਇਹ ਸਭ ਤੋਂ ਬਿਹਤਰ, ਖਾਸ ਤੌਰ 'ਤੇ ਜਿੰਨੇ ਵੀ ਇਸ ਵਕਤ ਆਪਾਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹਾਂ। ਇੱਕ ਗੱਲ ਤਾਂ ਹੈ ਕਿ ਅਸੀਂ ਗੁਰੂ ਦੇ ਨਾਲ ਜੁੜੇ ਹਾਂ, ਅਸੀਂ ਗੁਰੂ ਦੀ ਗੱਲ ਸੁਣਨੀ ਪਸੰਦ ਕਰਦੇ ਹਾਂ, ਅਸੀਂ ਗੁਰੂ ਦੀ ਗੱਲ ਕਰਨੀ ਪਸੰਦ ਕਰਦੇ ਹਾਂ, ਤਾਂ ਹੀ ਆਪਾਂ ਇਸ ਵਕਤ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹਾਂ। ਤੇ ਗੁਰੂ ਨੂੰ ਆਪਣੀ ਉਸ ਰਹਿਮਤ ਦੇ ਵਾਸਤੇ ਰਾਜ਼ੀ ਕਰਨ ਦੇ ਵਾਸਤੇ ਮਹਾਰਾਜ ਨੇ ਜਿਹੜਾ ਹੈ ਸਾਨੂੰ ਬਖਸ਼ਿਸ਼ ਕੀਤਾ ਕਿ ਜਪ ਜਪ ਨਾਮ ਤੁਮਹਾਰੋ ਪ੍ਰੀਤਮ। ਇਹ ਜਪਣ ਦੀ ਗੱਲ ਹੈ।
ਤੇ ਆਪਾਂ ਜਾਣਦੇ ਕਿ ਰਸਨਾ ਦੇ ਨਾਲ ਜਪਿਆ ਜਾਂਦਾ ਹੈ। ਇਹਨੂੰ ਸਫਲਿਆਂ ਕਰਨਾ ਹੈ। ਸੋ ਸਿੱਖੀ ਪਰੰਪਰਾ ਦੇ ਵਿੱਚ ਸਾਨੂੰ ਗੁਰੂ ਸਾਹਿਬ ਵੱਲੋਂ, ਪੰਜ ਪਿਆਰਿਆਂ ਵੱਲੋਂ ਵਾਹਿਗੁਰੂ ਗੁਰਮੰਤਰ, ਮੂਲ ਮੰਤਰ ਤੇ ਗੁਰੂ ਕੀ ਬਾਣੀ ਦਾ ਜਾਪ, ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਉਸ ਤੋਂ ਅੱਗੇ ਸਾਡਾ ਆਪਣਾ ਨਿੱਜੀ ਅਭਿਆਸ ਚੱਲਦਾ ਫਿਰ ਉਹਦੇ ਅਨੁਸਾਰ। ਤੇ ਜਦੋਂ ਅਸੀਂ ਕਿਸੇ ਵੇਲੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਕਿਸੇ ਔਖੀ ਘੜੀ ਵਿੱਚ ਮਹਿਸੂਸ ਕਰੀਏ ਤੇ ਫਿਰ ਅਸੀਂ ਉਸ ਦੇ ਪਰਥਾਏ, ਉਸ ਦੇ ਨਿਮਿਤ ਕੋਈ ਬਾਣੀ ਦੀ, ਕੋਈ ਨਾਮ ਦੀ ਭੇਟਾ ਜਿਹੜੀ ਹੈ, ਉਹਦੇ ਪਰਥਾਏ ਸੋਚਦੇ ਹਾਂ ਕਿ ਕੀ ਕੀਤਾ ਜਾ ਸਕਦਾ, ਕਿਵੇਂ ਕੀਤਾ ਜਾ ਸਕਦਾ। ਸੋ ਮੈਂ ਸੋਚਦਾ ਕਿ ਇਸ ਰਸਤੇ ਦੇ ਉੱਤੇ ਜੇਕਰ ਆਪਾਂ ਚੱਲਾਂਗੇ ਤੇ ਗੁਰੂ ਦਾ ਬਖਸ਼ਿਆ ਹੋਇਆ ਉਹ ਨਾਮ, ਕਿਉਂਕਿ ਵਾਹਿਗੁਰੂ ਗੁਰਮੰਤਰ ਜਿਹੜਾ ਇਹਦੀ ਆਪਣੀ ਬਹੁਤ ਵੱਡੀ ਮਹਿਮਾ, ਬਹੁਤ ਵੱਡੀ ਸ਼ਕਤੀ ਹੈ। ਇਹ ਕਲਯੁਗ ਜਾਂ ਮਾਰੇ ਫੁਰਨੇ, ਤੇ ਜਾਂ ਇੱਥੋਂ ਤੱਕ ਵੀ ਕਹਿ ਲਈਏ ਕਿ ਜੰਮ ਵੀ ਨੇੜੇ ਨਹੀਂ ਆਉਂਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋ ਨਾ ਤੂੰ ਨਹੀਂ ਛੁਟੈ, ਨਿਕਟ ਨਾ ਜਾਈਓ ਦੂਤ। ਧਰਮਰਾਜ ਆਪਣੇ ਦੂਤਾਂ ਨੂੰ ਤਾਕੀਦ ਕਰਦੇ ਨੇ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੂੰ ਨਾ ਤੂੰ ਨਾ ਛੁਟੈ। ਨਾ ਤੂੰ ਤੇ ਨਾ ਮੈਂ, ਸਾਡਾ ਛੁਟਕਾਰਾ ਨਹੀਂ ਹੋਣਾ, ਤੁਸੀਂ ਉੱਥੇ ਨਾ ਜਾਇਓ, ਉਹ ਸਾਡਾ ਖੇਤਰ ਨਹੀਂ ਹੈ। ਕੀਰਤਨ ਨਾਨਕ ਨੀਤ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨੀਤ ਵੀ ਲਫ਼ਜ਼ ਆ ਸੰਗਤ ਜੀ ਨਾਲ, ਨਿਤਾ ਪ੍ਰਤੀ, ਨੇਮ ਦੇ ਨਾਲ। ਸੋ ਜੇ ਆਪਾਂ ਐਸਾ ਨੇਮ ਬਣਾ ਲਈਏ, ਜੇ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਵਾਲੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਤੇ ਮੈਂ ਸਮਝਦਾ ਕਿ ਅਸੀਂ ਬੜੀਆਂ ਬੜੀਆਂ ਔਖੀਆਂ ਘਾਟੀਆਂ ਚੋਂ ਨਿਕਲ ਜਾਵਾਂਗੇ। ਪਹਿਲਿਆਂ ਸਮਿਆਂ 'ਚ ਵੀ ਨਿਕਲੇ ਹਾਂ। ਇਤਿਹਾਸ ਦੇ ਵਿੱਚ ਐਸੀਆਂ ਵਾਰਤਾਵਾਂ ਆਉਂਦੀਆਂ ਨੇ ਕਿ ਬੜੇ ਔਖੇ ਸਮੇਂ ਦੇ ਵਿੱਚ ਵੀ, ਜੰਗਲਾਂ ਬੇਲਿਆਂ ਦੇ ਵਿੱਚ ਗੁਰੂ ਦੇ ਸਿੰਘ ਜਦੋਂ ਰਾਤ ਵਿਸ਼ਰਾਮ ਕਰਨ ਲੱਗਦੇ ਤੇ ਸੋਹਿਲਾ ਸਾਹਿਬ ਦੀ ਬਾਣੀ, ਜਿਹਨੂੰ ਆਪਾਂ ਕੀਰਤਨ ਸੋਹਿਲਾ ਵੀ ਕਹਿੰਦੇ ਹਾਂ, ਕੀਰਤਨ ਸੋਹਿਲੇ ਦਾ ਜਾਪ ਕਰਕੇ ਤੇ ਨੇਮ ਦੇ ਅਨੁਸਾਰ ਉਸ ਤੋਂ ਬਾਅਦ ਬਚਨ ਨਹੀਂ ਕਰਨਾ ਤੇ ਅੰਦਰ ਹੀ ਗੁਰੂ ਗੁਰੂ ਕਰਦਿਆਂ ਆਰਾਮ 'ਚ ਹੋ ਜਾਣਾ। ਇੱਕ ਵਾਰੀ ਐਸੀ ਘਟਨਾ ਹੋਈ ਕਿ ਦਲ ਦੇ ਉੱਤੇ ਕੋਈ ਜੰਗਲੀ ਜੀਵਾਂ ਨੇ ਹਮਲਾ ਕਰ ਦਿੱਤਾ, ਨੁਕਸਾਨ ਹੋ ਗਿਆ ਕੋਈ ਸਿੰਘਾਂ ਦਾ। ਬੜੀ ਇਸ ਗੱਲ ਦੀ ਚਰਚਾ ਹੋਈ, ਵਿਚਾਰ ਹੋਈ ਕਿ ਆਪਾਂ ਤਾਂ ਗੁਰੂ ਦੀ ਬਾਣੀ ਦੇ ਰਹਿਮਤ ਦੇ ਘੇਰੇ ਦੇ ਵਿੱਚ ਆ ਕੇ ਸੁੱਤੇ ਸੀ, ਇਵੇਂ ਹੋਣਾ ਨਹੀਂ ਸੀ ਚਾਹੀਦਾ, ਕਿਤੇ ਨਾ ਕਿਤੇ ਸਾਡੇ ਕੋਲ ਕੋਈ ਊਣਤਾ ਹੀ ਰਹਿ ਗਈ ਹੈ। ਕਿਉਂਕਿ ਉਸ ਵੇਲੇ ਸਿੰਘ ਇਹ ਸੋਚ ਵੀ ਨਹੀਂ ਸੀ ਸਕਦੇ ਕਿ ਗੁਰੂ ਦੀ ਮਿਹਰ ਦੇ ਵਿੱਚ ਕੋਈ ਕਮੀ ਰਹਿ ਜਾਏਗੀ। ਅੱਜ ਸਾਨੂੰ ਇਹ ਪੜ੍ਹਾਉਣ ਵਾਲੇ ਬਹੁਤ ਲੱਗੇ ਹੋਏ ਨੇ ਵੀ ਗੁਰੂ ਸਿਰਫ ਇੱਕ ਸਾਨੂੰ ਗਿਆਨ ਦਾ ਜ਼ਰੀਆ, ਪਰ ਜਿਨ 18ਵੀਂ ਸਦੀ ਦੇ ਉਹ ਗੁਰੂ ਦੇ ਪਿਆਰੇ ਯੋਧੇ ਜਿਹੜੇ ਸੀ, ਉਹ ਉਹਨਾਂ ਦੇ ਚੇਤੇ ਵੀ ਨਹੀਂ ਸੀ। ਐਸੀਆਂ ਗੱਲਾਂ ਜਿਹੜੀਆਂ ਅੱਜ ਕੱਲ੍ਹ ਸਾਨੂੰ ਸੁਣਨੀਆਂ ਪੈਂਦੀਆਂ ਨੇ। ਉਹਨਾਂ ਵਿਚਾਰ ਕੀਤੀ ਤੇ ਕਿਸੇ ਸਿੰਘ ਨੇ ਵਿੱਚੋਂ ਦੱਸਿਆ ਕਿ ਰਾਤ ਜਦੋਂ ਕੀਰਤਨ ਸੋਹਿਲੇ ਦਾ ਜਾਪ ਹੋ ਗਿਆ ਸੀ, ਉਸ ਤੋਂ ਬਾਅਦ ਕੁਝ ਆਪਣੇ ਬਚਨ ਵਿਲਾਸ ਉਹ ਕਰਦੇ ਪਏ ਸੀਗੇ, ਕੁਝ ਜਿਹੜਾ ਕਿ ਨੇਮ ਦੇ ਅਨੁਸਾਰ ਸਹੀ ਨਹੀਂ ਸੀ। ਕੋਈ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ, ਜਿਹਦੇ ਕਰਕੇ ਕਿ ਉਹ ਜਿਹੜਾ ਰਹਿਮਤ ਦਾ
ਮਿਹਰ ਦਾ ਪਹਿਰਾ ਲੱਗਿਆ ਹੋਇਆ ਸੀ, ਉਹਦੇ ਵਿੱਚ ਸਾਨੂੰ ਉਹ ਚੀਜ਼ ਪ੍ਰਾਪਤ ਨਹੀਂ ਹੋ ਸਕੀ ਜੋ ਸਾਨੂੰ ਨਿਤਾ ਪ੍ਰਤੀ ਹੁੰਦੀ ਸੀ। ਸੋ ਚੌਗਿਰਦ ਹਮਾਰੇ ਰਾਮਕਾਰ ਵਾਲੀ ਜਿਹੜੀ ਗੱਲ ਹੈ, ਇਹ ਅੱਜ ਵੀ ਉਹ ਮਿਹਰ ਦੀ ਉਹ ਕਵਚ ਸਾਨੂੰ ਮਿਲ ਸਕਦਾ ਹੈ, ਪਰ ਉਹਦੇ ਵਾਸਤੇ ਜਿਹੜਾ ਸਾਡਾ ਅੰਦਰ ਤਿਆਰ ਹੋਣਾ ਚਾਹੀਦਾ। ਪਹਿਲਾਂ ਸਾਡਾ ਭਰੋਸਾ, ਸਾਡੀ ਟੇਕ, ਸਾਡਾ ਨੇਮ, ਤੇ ਜੇ ਨੇਮ ਦੇ ਨਾਲ ਤੇ ਪ੍ਰੇਮ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਨਾਮ ਦੇ ਨਾਲ ਜੁੜ ਜਾਵਾਂਗੇ ਨਾ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਛੁਟਕਾਰਾ। ਸੋ ਕਿਉਂ ਨਾ ਫਿਰ ਆਪਾਂ ਉਸ ਨਾਮ ਦੇ ਨਾਲ ਜੁੜੀਏ। ਪਹਿਲਾਂ ਆਪਣੀ ਰਸਨਾ ਦੇ ਨਾਲ ਜਪ ਕੇ ਵਾਹਿਗੁਰੂ 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 ਵਾਹਿਗੁਰੂ। ਹੁਣ ਤਾਂ ਸੰਗਤ ਜੀ ਸਮਾਂ ਕੁਝ ਇਵੇਂ ਦਾ ਕਿ ਸਾਡਾ ਚਿੱਤ ਵੀ ਛੇਤੀ ਲੱਗ ਜਾਣਾ, ਕਿਉਂਕਿ ਬਾਕੀ ਪਾਸਿਆਂ ਤੋਂ ਥੋੜ੍ਹਾ ਜਿਹਾ ਦੁੱਖ ਦੇ ਵਿੱਚ ਨਾ ਛੇਤੀ ਜੁੜਦਾ। ਚਾਹੇ ਆਪਾਂ ਬਾਣੀ ਪੜ੍ਹਨੀ, ਚਾਹੇ ਨਾਮ ਜਪਣਾ, ਉਹਦਾ ਜਦ ਤੱਕ ਸਾਡੀ ਸੁਰਤ ਉਹਨੂੰ ਸੁਣਦੀ ਨਹੀਂ ਪਈ ਤਦ ਤੱਕ ਉਹ ਸਰਕਲ ਪੂਰਾ ਨਹੀਂ ਹੁੰਦਾ। ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਨਾ, ਕਿ ਸਿੱਧਾਂ ਦੇ ਨਾਲ ਜੋ ਵਿਚਾਰ ਹੋਈ, ਤੇ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਗੁਰੂ ਆ ਤੇ ਸੁਰਤ ਉਹਦਾ ਚੇਲਾ ਬਣੇਗਾ, ਸੁਰਤ ਉਹਨੂੰ ਫੋਲੋ ਕਰੇਗੀ, ਸੁਣੇਗੀ, ਤੇ ਫਿਰ ਇਹ ਸਰਕਲ ਪੂਰਾ ਹੁੰਦਾ। ਸੋ ਜੋ ਆਪਾਂ ਚਾਹੇ ਗੁਰਬਾਣੀ ਪੜ੍ਹਦੇ ਪਏ ਹਾਂ, ਚਾਹੇ ਆਪਾਂ ਨਾਮ ਜਪਦੇ ਪਏ ਹਾਂ, ਚਾਹੇ ਆਪਾਂ ਮੂਲ ਮੰਤਰ ਜਪਦੇ ਹਾਂ, ਚਾਹੇ ਗੁਰਮੰਤਰ ਜਪਦੇ ਹਾਂ, ਸਾਡਾ ਚਿੱਤ ਉਹਨੂੰ ਸੁਣਦਾ ਹੋਇਆ। ਸੋ ਪਹਿਲਾਂ ਬੋਲ ਕੇ ਅਭਿਆਸ ਜਿੰਨਾ ਹੋ ਸਕੇ, ਬੋਲਦਿਆਂ ਉਹ ਸਾਡੀ ਸੁਣਨ ਵਾਲੀ ਜਿਹੜੀ ਖੇਡ ਹੈ ਉਹ ਨਾਲ ਚੱਲਦੀ ਰਹੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸੰਗਤ ਜੀ ਆਪਣਾ ਅਭਿਆਸ ਬਣ ਜਾਂਦਾ ਹੈ। ਕੁਝ ਸੰਗੀ ਐਸੇ ਵੀ ਹੁੰਦੇ ਨੇ ਕਿ ਜਿਹੜੇ ਥੋੜ੍ਹੇ ਤੇਜ਼ ਲੈਅ ਦੇ ਵਿੱਚ ਨਾਮ ਜਪਣ ਦੇ ਵਿੱਚ ਉਹਨਾਂ ਦੀ ਸੁਰਤੀ ਜ਼ਿਆਦਾ ਜਲਦੀ ਟਿਕਦੀ ਹੈ, ਤੇ ਕੁਝ ਐਸੇ ਕਿ ਉਹ ਸਹਿਜ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਆਨੰਦ ਆਉਂਦਾ। ਸੋ ਜੁਗਤੀਆਂ ਤਾਂ ਸਾਰੀਆਂ ਹੀ ਠੀਕ ਨੇ। ਜਿਵੇਂ ਉਹ ਇੱਕ ਜਗ੍ਹਾ ਮਸਕੀਨ ਸਾਹਿਬ ਨੂੰ ਕਿਸੇ ਨੇ ਪੁੱਛਿਆ ਨਾ ਕਿ ਨਾਮ ਕਿਵੇਂ ਜਪਣਾ ਚਾਹੀਦਾ, ਉਹਨਾਂ ਨੇ ਉਹ ਬੜਾ ਸੋਹਣਾ ਬਿਆਨ ਕੀਤਾ ਉੱਥੇ। ਕਹਿੰਦੇ ਜਿਹਨੂੰ ਭੁੱਖ ਲੱਗੀ ਹੋਏ ਨਾ, ਉਹ ਇਹ ਨਹੀਂ ਪੁੱਛਦਾ ਵੀ ਰੋਟੀ ਕਿੱਦਾਂ ਖਾਣੀ ਹੈ। ਨਾਮ ਕਿਵੇਂ ਜਪਣਾ ਹੈ ਸਾਡੇ ਪਿਛਲੇ ਸੰਸਕਾਰਾਂ ਦੇ ਵਿੱਚ ਹੈ ਸੰਗਤ ਜੀ। ਕਦੀ ਛੋਟਾ ਜਿਹਾ ਕਟੜੂ ਜਾਂ ਵੱਛਾ ਜਾਂ ਕੋਈ ਕਿਸੇ ਜਾਨਵਰ ਦਾ ਬੱਚਾ ਦੇਖਿਆ ਜਦੋਂ ਉਹਦਾ ਜਨਮ ਹੁੰਦਾ ਹੈ ਨਾ, ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ ਆਮ ਤੌਰ 'ਤੇ ਐਸਾ ਸਮਾਂ ਦੇਖਣ ਨੂੰ ਮਿਲਦਾ ਉਹਨਾਂ ਨੂੰ, ਕਿਉਂਕਿ ਉਹ ਪਸ਼ੂ ਪਾਲਦੇ ਨੇ ਨਾਲ। ਉਹ ਬੱਚਾ ਜੇ ਥੋੜ੍ਹਾ ਜਿਹਾ ਹੀ ਆਪਣੇ ਪੈਰਾਂ ਸਿਰ ਹੋਣਾ, ਉਹਨੂੰ ਇੰਨੀ ਕੁ ਹਿੰਮਤ ਬਣਦੀ ਹੈ ਕੁਦਰਤ ਵੱਲੋਂ, ਥੋੜ੍ਹੇ ਸਮੇਂ ਬਾਅਦ ਉਹ ਸਿੱਧਾ ਜਾ ਕੇ ਆਪਣੀ ਮਾਤਾ ਦੇ ਥਣਾਂ ਨੂੰ ਪੈਂਦਾ। ਇਹ ਅੱਖੀਂ ਵੇਖੀਆਂ ਗੱਲਾਂ ਨੇ, ਅਸੀਂ ਵੀ ਦੇਖੀਆਂ, ਤੁਸੀਂ ਵੀ ਦੇਖੀਆਂ ਹੋਣਗੀਆਂ। ਬਹੁਤ ਸਾਰੇ ਜਿਹੜੇ ਪਸ਼ੂ ਪਾਲਦੇ ਨੇ ਜਾਂ ਉਹਨਾਂ ਨੇ ਇਹ ਸਾਰਾ ਦੇਖਿਆ। ਹੁਣ ਉਹਨੂੰ ਕੌਣ ਸਮਝਾਉਂਦਾ ਕਿ ਤੇਰੀ ਖੁਰਾਕ ਕਿੱਥੇ ਰੱਖੀ ਹੈ? ਇੱਕ ਪ੍ਰੈਕਟੀਕਲ ਹੈ। ਉਹਨੂੰ ਕੌਣ ਸਮਝਾਉਂਦਾ ਕਿ ਤੇਰੀ ਖੁਰਾਕ ਇੱਥੇ ਰੱਖੀ ਹੈ?
ਹੁਣ ਤਾਂ ਇਸ ਖੁਰਾਕ ਦੇ ਨਾਲ ਤੇਰਾ ਕੰਮ ਚੱਲਣਾ। ਇਵੇਂ ਹੀ ਜਿਵੇਂ ਸਾਨੂੰ ਦੁਨਿਆਵੀ ਖੁਰਾਕ ਦਾ ਪਤਾ ਹੁੰਦਾ ਹੈ, ਇਵੇਂ ਹੀ ਜਿਹੜੇ ਗੁਰੂ ਦੇ ਰਹਿਮਤ ਵਾਲੇ, ਜਿਹੜੇ ਗੁਰੂ ਦੇ ਪਿਆਰ ਵਾਲੇ ਜੀਵਨ ਜਿਉਂਦੇ ਨੇ, ਉਹਨਾਂ ਦੇ ਪਿਛਲੇ ਸੰਸਕਾਰ ਵੀ ਨਾਲ ਆਉਂਦੇ ਨੇ। ਉਹਨਾਂ ਦੇ ਸੰਸਕਾਰਾਂ 'ਚ ਵੀ ਹੁੰਦਾ ਕਿ ਆਪਾਂ ਜਪਣਾ ਕਿਵੇਂ ਆ। ਉਹ ਵੱਖਰੀ ਗੱਲ ਆ ਕਿ ਉਸ ਨੂੰ ਆਣ ਕੇ ਦੁਬਾਰਾ ਆਪਾਂ ਇੱਕ ਪਾਨ ਚਾੜ੍ਹਦੇ ਹਾਂ, ਦੁਬਾਰਾ ਆਪਾਂ ਜੁੜਦੇ ਹਾਂ, ਦੁਬਾਰਾ ਉਸ ਮਿਹਰ ਦੇ ਪਾਤਰ ਬਣਦੇ ਹਾਂ, ਫਿਰ ਗੁਰੂ ਦੇ ਜਹਾਜ਼ੇ ਚੜ੍ਹਦੇ ਹਾਂ। ਉਹਦੇ ਨਾਲ ਸਾਡੀ ਉਹ ਚੀਜ਼ ਹੋਰ ਤਗੜੀ ਹੋ ਜਾਂਦੀ ਹੈ। ਪਰ ਇਸ ਵਕਤ ਜਿਸ ਹਾਲਾਤ ਦੇ ਵਿੱਚ ਆਪਾਂ ਗੁਜ਼ਰਦੇ ਪਏ ਹਾਂ ਨਾ ਸੰਗਤ ਜੀ, ਇੱਥੇ ਤਾਂ ਸਾਡੇ ਵਾਸਤੇ ਇਹ ਹੈ ਕਿ ਜਿਵੇਂ ਕੋਈ ਖਾਣ ਨੂੰ ਕੁਝ ਨਾ ਹੋਏ ਤੇ ਫਿਰ ਕੁਝ ਥੋੜ੍ਹਾ ਬਹੁਤਾ ਵੀ ਮਿਲ ਜਾਏ ਤੇ ਉਸ ਵੇਲੇ ਉਹ ਚਮਚਾ ਜਾਂ ਕਾਂਟਾ ਵੀ ਨਹੀਂ ਲੱਭਿਆ ਜਾਂਦਾ ਉਹਨੂੰ ਫੜ ਕੇ। ਤੇ ਕਿਉਂਕਿ ਸਾਡੇ ਕੋਲ ਉਨੀ ਕਰਨੀ ਕਮਾਈ ਨਹੀਂ ਹੈਗੀ ਜਿੱਡੇ ਵੱਡੀ ਇਹ ਮੁਸ਼ਕਿਲ ਆ। ਆਪਾਂ ਜੁੜ ਜਾਈਏ। ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਅਜੇ ਖੇਡ ਤਮਾਸ਼ਿਆਂ 'ਚ ਨੇ ਨਾ, ਜਾਂ ਤਾਸ਼ ਖੇਡ ਲਈ, ਜਾਂ ਹੋਰ ਕੰਮ ਕਰ ਲਏ, ਜਾਂ ਇੱਧਰ ਉੱਧਰ ਕਈ ਬਹੁਤ ਕੁਝ ਚੱਲਦਾ, ਹੋਰ ਵੀ ਦੁਨੀਆ 'ਚ ਬਹੁਤ ਕੁਝ ਹੈ। ਅਤੇ ਜਿਹੜਾ ਕੋਈ ਭੈਣ ਭਰਾ ਇਸ ਵਕਤ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਿਆ, ਉਹਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਖੇਡ ਤਮਾਸ਼ਾ, ਜ਼ਿੰਦਗੀ ਖੇਡ ਤਮਾਸ਼ਾ ਨਹੀਂ ਹੈ। ਜੇ ਅਸੀਂ ਪਹਿਲਾਂ ਨਹੀਂ ਸੀ ਸਮਝੇ ਤਾਂ ਘੱਟੋ ਘੱਟ ਹੁਣ ਸਮਝ ਲਈਏ। ਆਪਾਂ ਹੁਣ ਜੁੜ ਜਾਈਏ। ਆਪਾਂ ਜਿਸ ਕੰਮ ਨੂੰ ਆਏ ਸਾਂ ਆਪਾਂ ਹੁਣ ਉਹ ਤਾਂ ਕਰ ਲਈਏ। ਹੁਣ ਬਾਕੀ ਤਾਂ ਹੈ ਨਹੀਂ ਕੋਈ। ਹੁਣ ਸਾਡੀਆਂ ਬਾਕੀ ਬਿਜ਼ਨਸ ਜਿਹੜੀਆਂ ਲਗਭਗ ਉਹ ਸਸਪੈਂਡਡ ਨੇ। ਹੁਣ ਸਾਨੂੰ ਇਹ ਜਿਹੜੀ ਕਾਰ ਹੈ, ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ, ਆਪਾਂ ਉਸ ਕਾਰੀ ਦੇ ਵਿੱਚ ਲੱਗ ਜਾਈਏ ਤੇ ਜਪੀਏ ਜਿੰਨਾ ਜਪ ਸਕਦੇ ਹਾਂ। ਮੈਂ ਇੱਕ ਪੜ੍ਹ ਰਿਹਾ ਸੀ, ਸ਼ਾਇਦ ਤੁਹਾਡੇ ਧਿਆਨ 'ਚ ਵੀ ਆਈ ਹੋਈ, 18ਵੀਂ ਸਦੀ ਦੇ ਹੀ ਇੱਕ ਜਥੇਦਾਰ ਦਾ ਇੱਕ ਰੁਕਾ ਸੀ ਆਪਣੇ ਜਥੇ ਦੇ ਸਿੰਘਾਂ ਦੇ ਵਾਸਤੇ। ਤੇ ਉਹ ਕਹਿੰਦੇ ਕਿ ਗੁਰਬਾਣੀ ਪੜ੍ਹਨੀ ਹੈ, ਫਿਰ ਨਾਮ ਜਪਣਾ ਹੈ, ਫਿਰ ਗੁਰਬਾਣੀ ਪੜ੍ਹਨੀ ਹੈ, ਫਿਰ ਨਾਮ ਜਪਣਾ। ਤੇ ਇਸ ਮਨ ਨੂੰ ਤੇ ਤਨ ਨੂੰ ਵਿਹਲਿਆਂ ਨਹੀਂ ਬਹਿਣ ਦੇਣਾ। ਪਤਾ ਲੱਗ ਗਿਆ ਕਿ ਕਿਹੜੀ ਸ਼ਕਤੀ ਸੀ ਜਿਹੜੀ ਕੰਮ ਕਰਦੀ ਸੀ, ਜਿਹਨੇ ਦਰੇ ਖੈਬਰ ਬੰਦ ਕਰ ਦਿੱਤੇ। ਜਾਂ ਅੱਜ ਆਪਾਂ ਕਹਿ ਤਾਂ ਲੈਂਦੇ ਹਾਂ ਨਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਪਰ ਉਹ ਸ਼ਕਤੀ ਕਿਹੜੀ ਸੀ? ਨਾਮ ਦੀ ਤੇ ਗੁਰਬਾਣੀ ਦੀ। ਗੁਰਬਾਣੀ ਪੜ੍ਹਨੀ, ਨਾਮ ਜਪਣਾ, ਫਿਰ ਗੁਰਬਾਣੀ ਪੜ੍ਹਨੀ, ਫਿਰ ਨਾਮ ਜਪਣਾ। ਸੋ ਇਹ ਉਹਨਾਂ ਦੇ ਜੀਵਨ ਦਾ ਆਧਾਰ ਸੀਗਾ, ਬਣ ਚੁੱਕਾ। ਸੋ ਅੱਜ ਦੀ ਇਸ ਸੌਖੀ ਘੜੀ ਦੇ ਵਿੱਚ ਕਿਉਂ ਨਾ ਆਪਾਂ ਆਪਣਾ ਅਭਿਆਸ ਹੋਰ ਵਧਾਈਏ, ਜਪੀਏ। ਜਿਹੜੇ ਪਹਿਲਾਂ ਜਪਦੇ ਆਪਾਂ ਹੋਰ ਅੱਗੇ ਵੱਧ ਸਕਦੇ ਹਾਂ। ਸਾਡੇ ਕਿਉਂਕਿ ਜਿਹੜੀ ਵੀ ਅਵਸਥਾ 'ਚ ਆਪਾਂ ਵਿਚਰ ਰਹੇ, ਉਸ ਤੋਂ ਅੱਗੇ ਵੀ ਅਵਸਥਾਵਾਂ ਮੌਜੂਦ ਨੇ। ਆਪਾਂ, ਮੈਂ ਸਮਝਦਾ ਕਿ ਇਸ ਪੱਖ ਤੋਂ ਵੀ ਲਾਹਾ ਲਈਏ। ਇਹ ਜਿੰਨਾ ਆਪਾਂ ਲਾਹਾ ਲੈ ਲਵਾਂਗੇ, ਜ਼ਰੂਰੀ ਨਹੀਂ ਕਿ ਆਪਾਂ ਡਰਦਿਆਂ ਹੀ ਲਾਹਾ ਲੈਣਾ। ਜਿਹੜੇ ਅਭਿਆਸੀ ਨੇ ਉਹਨਾਂ ਨੂੰ ਤਾਂ ਡਰ ਵੀ ਨਹੀਂ ਇਸ ਗੱਲ ਦਾ ਕੋਈ, ਉਹ ਤਾਂ ਤਿਆਰ ਬੈਠੇ ਹੁੰਦੇ ਨੇ। ਜਿਹੜੇ ਰੱਤੇ ਜਾਂਦੇ ਨੇ ਉਹਨਾਂ ਨੂੰ ਡਰ ਕਾਹਦਾ? ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਹੈ, ਮਿਲਾਪ ਦੀ ਖੁਸ਼ੀ ਹੁੰਦੀ ਹੈ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਆਪਣੀ ਆਪਣੀ ਅਵਸਥਾ ਦੇ ਅਨੁਸਾਰ, ਜਿਵੇਂ ਜਿਵੇਂ ਆਪਣੀ ਅਵਸਥਾ ਹੈ ਤੇ ਜਿਵੇਂ ਜਿਵੇਂ ਸਾਡੀ ਇੱਛਾ ਹੈ, ਹੈ ਨਾ, ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪਾਵੈ ਕੋਏ। ਸੋ ਉਸ ਅਨੁਸਾਰ ਆਪਾਂ ਆਪਣੀ ਸੁਰਤੀ ਬਿਰਤੀ ਇਸ ਸਮੇਂ ਬਣਾਈਏ ਤਾਂ ਕਿ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਸਕੀਏ। ਜਿਹੜੀ ਵੀ ਆਪਾਂ ਮੰਜ਼ਿਲ ਮਿੱਥ ਕੇ ਚੱਲਦੇ ਪਏ, ਛੋਟਾ ਜਿਹਾ ਇੱਥੇ ਆਪਾਂ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਜੀ। ਸੋ ਸੰਗਤ ਜੀ, ਅੱਜ ਆਪਾਂ ਕੁਝ ਵਿਚਾਰਾਂ ਕਰ ਰਹੇ ਹਾਂ ਕਿ ਇਹ ਜੋ ਬੜਾ ਇੱਕ ਮਹਾਂਮਾਰੀ ਦਾ ਦੌਰ ਚੱਲਦਾ ਪਿਆ, ਇਹਦੇ ਵਿੱਚ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ
ਆਪਾਂ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ। ਇੱਕ ਤਾਂ ਜਿਹੜਾ ਸਾਨੂੰ ਹਦਾਇਤਾਂ ਮਿਲ ਰਹੀਆਂ ਨੇ ਹਰ ਮੁਲਕ ਦੇ ਜਿਹੜੀਆਂ ਡਿਪਾਰਟਮੈਂਟਸ ਨੇ, ਹੈਲਥ ਡਿਪਾਰਟਮੈਂਟਸ ਨੇ, ਉਹਨਾਂ ਦੇ ਅਨੁਸਾਰ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ। ਅਤੇ ਜੇ ਆਪਾਂ ਇਸ ਤੋਂ ਹੋਰ ਅੱਗੇ ਚੱਲਣਾ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਗੁਰੂ ਬਾਬੇ ਦੀ ਓਟ ਤੱਕ ਸਕਦੇ ਹਾਂ। ਕਿਉਂਕਿ ਮਾਰੇ ਰਾਖੇ ਕੋ ਆਪ ਮਾਨ ਕੇ ਕੁਛ ਨਾਹੀ ਹਾਥ। ਅਲਟੀਮੇਟਲੀ ਹੋਣਾ ਉਹੀ ਹੈ ਜੋ ਉਸ ਮਾਲਕ ਨੇ ਕਰਨਾ। ਜੇ ਇੱਕ ਗਹਿਰਾਈ ਦੇ ਵਿੱਚ ਜਾ ਕੇ ਦੇਖਿਆ ਜਾਏ ਤੇ ਜੋ ਕੁਝ ਵੀ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਚੀਜ਼ ਕੋਈ ਭਾਣੇ ਤੋਂ ਬਾਹਰ ਨਹੀਂ ਹੈ। ਪਰ ਜੇ ਅਸੀਂ ਉਹਦੀ ਰਹਿਮਤ ਮੰਗਣਾ ਚਾਹੁੰਦੇ ਹਾਂ, ਜਿਵੇਂ ਪਿੱਛੇ ਵੀ ਆਪਾਂ ਇੱਕ ਵਾਰੀ ਵਿਚਾਰ ਕੀਤੀ ਸੀ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਸ ਮਕਸਦ ਵਾਸਤੇ ਸਾਨੂੰ ਜ਼ਿੰਦਗੀ ਮਿਲੀ ਸੀ ਅਸੀਂ ਉਸ ਦੇ ਵਿੱਚ ਕੁਝ ਹੋਰ ਤਰੱਕੀ ਕਰੀਏ, ਤਾਂ ਮੈਂ ਸਮਝਦਾ ਕਿ ਆਪਾਂ ਥੋੜ੍ਹੀ ਜਿਹੀ ਕੋਈ ਅਰਦਾਸ ਬੇਨਤੀ ਕਰ ਲਈਏ ਅਤੇ ਮੈਨੂੰ ਲੱਗਦਾ ਕਿ ਜੇ ਮਾਲਕ ਸੁਣ ਲਏ ਤੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਇਹਦਾ ਇਹ ਨਹੀਂ ਲੱਗ ਰਿਹਾ ਕਿ ਕਿਸ ਢੰਗ ਦੇ ਨਾਲ ਜਾਂ ਕਦੋਂ ਇਹ ਕੰਮ ਰੁਕੇਗਾ। ਪਰ ਅਸੀਂ ਉਸ ਮਾਲਕ ਦੀ ਮਿਹਰ ਰਹਿਮਤ ਜਿਹੜੀ ਹੈ, ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ। ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵ ਨਾ ਬਿਰਥੀ ਜਾਸੀ। ਆਨੰਦ ਕਰੇ ਤੇਰਾ ਦਾਸਾ ਜਾ ਪੂਰਨ ਹੋਈ ਆਸਾ। ਸੋ ਐਸੀ ਮਿਹਰ ਰਹਿਮਤ ਵਾਲੀ ਜਿਹੜੀ ਗੁਰੂ ਦੀ ਰਹਿਮਤ ਹੈ, ਮਿਹਰ ਹੈ, ਉਸ ਗੁਰੂ ਦੇ ਸ਼ਬਦ ਦੀ ਰਖਵਾਰੀ ਜੇ ਆਪਾਂ ਚਾਹੁੰਦੇ ਹਾਂ ਤਾਂ ਫਿਰ ਆਪਣੀ ਚਿੱਤ ਨੂੰ ਥੋੜ੍ਹਾ ਜਿਹਾ ਢਾਲ ਲਈਏ। ਪਰ ਚੰਚਲਤਾਈ ਦੇ ਨਾਲ ਨਹੀਂ, ਇਹ ਜ਼ਰੂਰ ਬੇਨਤੀ ਕਰ ਦੇਵਾਂ। ਜੇ ਆਪਾਂ ਸੋਚੀਏ ਕਿ ਚੱਲ ਕੋਈ ਨਹੀਂ, ਹੁਣ ਅੜੀ ਫਸੀ ਹੈ, ਚੱਲ ਹੁਣ ਕੀ ਹੈ, ਹੁਣ ਕਰ ਲੈਂਦੇ ਹਾਂ। ਵੇਖੋ ਜੇ ਕਰਨਾ ਹੀ ਹੈ ਤਾਂ ਫਿਰ ਦਿਲੋਂ ਹੀ ਕਰ ਲਈਏ, ਕੋਈ ਮਾੜਾ ਕੰਮ ਤਾਂ ਹੈ ਨਹੀਂ। ਜਿਹੜਾ ਕੰਮ ਕਰਨ ਵਾਸਤੇ ਗੁਰੂ ਬਾਬਾ ਨੇ ਹਰ ਬਾਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜੇ ਕਿਸੇ ਗੱਲ ਦੀ ਹਦਾਇਤ ਕੀਤੀ ਹੈ ਤੇ ਉਹ ਨਾਮ ਜਪਣ ਦੀ ਕੀਤੀ ਹੈ। ਸਭ ਤੋਂ ਉੱਤਮ ਜਿਹੜੀ ਗੱਲ ਹੈ ਉਹ ਨਾਮ ਹੀ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਆਵੋ ਨਾ ਕੋਈ, ਵੱਡੇ ਭਾਗ ਗੁਰਮੁਖ ਕਰ ਲੈਣਾ। ਮੈਂ ਸਮਝਦਾ ਹਜ਼ਾਰਾਂ ਵਾਰ ਇਸ ਗੱਲ ਨੂੰ ਗੁਰੂ ਸਾਹਿਬ ਨੇ ਕਿਸੇ ਨਾ ਕਿਸੇ ਜੁਗਤੀ ਨਾਲ, ਤਰੀਕੇ ਨਾਲ ਸਾਨੂੰ ਸਮਝਾਇਆ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਸੁਖੀ ਕੈਸੇ ਸੋਵੈ। ਤੇ ਜੇ ਸਾਡਾ ਥੋੜ੍ਹਾ ਜਿਹਾ ਹੁਣ ਚਿੱਤ ਕਰਦਾ ਹੀ ਪਿਆ ਤੇ ਆਪਣੇ ਮਨ ਨੂੰ ਪਿਆਰ ਵਿੱਚ ਲੈ ਆਈਏ। ਉਹ ਪਿਆਰ ਜਿਵੇਂ ਪਿਛਲੇ ਦਿਨਾਂ 'ਚ ਆਪਾਂ ਸਾਂਝ ਕੀਤੀ ਸੀ ਭਗਤ ਧੰਨਾ ਜੀ ਦੇ ਆਗਮਨ ਪੁਰਖ ਦੇ ਪੁਰਤਾਏ, ਆਪਣੀ ਬੁੱਧ ਜਿਹੜੀ ਹੈ ਨਾ ਉਹ ਉਨੀ ਕੁ ਪਵਿੱਤਰ ਕਰ ਲਈਏ, ਬੱਚਿਆਂ ਵਰਗੀ ਚਤੁਰਾਈ ਕੱਢ ਦਈਏ, ਆਪਣੇ ਗੁਨਾਹਾਂ ਦੀ ਤੌਬਾ ਕਰ ਲਈਏ। ਜੇ ਸਾਨੂੰ ਮਹਿਸੂਸ ਹੁੰਦਾ ਅਸੀਂ ਨਹੀਂ ਗੁਨਾਹ ਕੀਤੇ ਤਾਂ ਵੀ ਮੈਂ ਸਮਝਦਾ ਕਰ ਲਈਏ, ਕਿਉਂਕਿ ਸਾਨੂੰ ਪਤਾ ਹੀ ਨਹੀਂ
ਇਹ ਗੁਨਾਹ ਕਦੋਂ ਹੋ ਜਾਂਦਾ ਇਹਦਾ ਪਤਾ ਹੀ ਨਹੀਂ ਲੱਗਦਾ। ਕੋਈ ਫੁਰਨਾ ਮਾਤਰ ਹੀ ਆ ਗਿਆ, ਮਾੜਾ ਫੁਰਨਾ ਆ ਗਿਆ, ਉਹ ਵੀ ਇੱਕ ਗੁਨਾਹ ਆਇਆ। ਬਾਕੀ ਗੁਨਾਹ ਤਾਂ ਬਹੁਤ ਵੱਡੇ ਨੇ। ਮਨ ਅਚੇਤ ਪਾਪ ਤੇ ਡਰ ਰਿਹਾ। ਕੁਝ ਚੇਤਨਤਾ ਦੇ ਵਿੱਚ ਪਾਪ ਹੋ ਜਾਂਦੇ, ਕੁਝ ਅਚੇਤ ਹੀ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਜੇ ਆਪਾਂ ਗੁਰੂ ਦੀ ਓਟ ਲੈਣਾ ਚਾਹੁੰਦੇ ਹਾਂ ਤੇ ਆਪਣੇ ਆਪ ਨੂੰ ਸਰੈਂਡਰ ਕਰ ਦਈਏ ਗੁਰੂ ਦੇ ਅੱਗੇ। ਪਾਤਸ਼ਾਹ ਅਸੀਂ ਭੁੱਲੇ ਸੀਗੇ, ਤੂੰ ਸਾਨੂੰ ਬਖਸ਼ ਲੈ। ਪਿਛਲੀ ਜਿਵੇਂ ਗੁਜ਼ਰੀ ਹੁਣ ਅੱਗੋਂ ਸਾਨੂੰ ਰਾਹੇ ਪਾ। ਵੇਖੋ, ਰੱਬ ਨਾਲ ਜੇ ਆਪਾਂ ਕੋਈ ਅਰਦਾਸ ਕਰਨੀ ਹੈ ਜਾਂ ਕੋਈ ਬੇਨਤੀ ਕਰਨੀ ਹੈ, ਕੋਈ ਬਹੁਤਾ ਲਫ਼ਜ਼ਾਂ ਦਾ ਹੇਰ ਫੇਰ ਨਹੀਂ ਹੁੰਦਾ ਉਹਦੇ 'ਚ। ਕੋਈ ਅਸੀਂ ਕੀ ਬੋਲ ਰਹੇ ਹਾਂ ਇਸ ਗੱਲ ਦੇ ਨਾਲ ਰੱਬ ਦਾ ਬਹੁਤਾ ਬਹੁ ਵਾਸਤਾ ਨਹੀਂ। ਸਾਡੇ ਚਿੱਤ ਦੇ ਵਿੱਚ ਕੀ ਹੈ ਉਹਨੂੰ ਉਹ ਦਿਖ ਰਿਹਾ ਹੁੰਦਾ। ਕਈ ਵਾਰੀ ਬੋਲਣ ਵਾਲਾ ਬਾਹਰੋਂ ਬੜੇ ਵਧੀਆ ਵਧੀਆ ਲਫ਼ਜ਼ ਬੋਲਦਾ ਹੈ, ਕੋਈ ਇੱਧਰੋਂ ਪੜ੍ਹ ਸੁਣ ਕੇ, ਪਰ ਉਹ ਬੋਲਣ ਦੇ ਉੱਤੇ ਨਹੀਂ ਜਾਂਦਾ। ਕਿਉਂਕਿ ਇੱਕ ਪੱਖ ਤੇ ਗੁਰੂ ਸਾਹਿਬ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੱਥੇ ਸਾਨੂੰ ਇਹਨਾਂ ਗੱਲਾਂ ਦੀ ਤਾਕੀਦ ਵੀ ਆ, ਕੀਰਤਨ ਦੀ ਵੀ, ਰਾਗਾਂ ਦੀ ਵੀ ਮਹਿਮਾ ਮਹਾਰਾਜ ਨੇ ਆਪਣੀ ਬਾਣੀ 'ਚ ਬਿਆਨ ਕੀਤੀ, ਪਰ ਇੱਕ ਜਗ੍ਹਾ ਤੇ ਮਹਾਰਾਜ ਨੇ ਇਸ ਨਜ਼ਰੀਏ ਤੋਂ ਵੀ ਸਾਨੂੰ ਗਿਆਨ ਦਿੱਤਾ ਕਿ ਤੁਹਾਡੇ ਗਲੇ ਦੇ ਉੱਤੇ, ਤੁਹਾਡੇ ਬੋਲਾਂ ਦੇ ਉੱਤੇ ਨਹੀਂ ਰੀਝਦਾ, ਉਹ ਤੁਹਾਡੇ ਅੰਦਰ ਦੀ ਪ੍ਰੀਤ ਦੇ ਉੱਤੇ ਰੀਝਦਾ। ਜਿਹੜਾ ਸੀ ਨਾ, ਧੰਨੇ ਸੇਵਿਆ ਬਾਲ ਬੁੱਧ। ਜਿਵੇਂ ਸੱਚੀ ਮੁੱਚੀ ਆਪਾਂ ਆਪਣੇ ਮਨ ਨੂੰ ਪੇਸ਼ ਕਰ ਦਈਏ ਨਾ ਕਿ ਮਹਾਰਾਜ ਮਾਫ਼ ਕਰ ਦਿਓ, ਇਹ ਬੇਨਤੀ ਕਰਨ ਲੱਗਿਆਂ ਜਾਂ ਨਾਮ ਜਪਣ ਲੱਗਿਆਂ ਜਾਂ ਬਾਣੀ ਪੜ੍ਹਨ ਲੱਗਿਆਂ ਇੱਕ ਗੱਲ ਦੀ ਭਾਵਨਾ ਜਿਹੜੀ ਬੜੀ ਜ਼ਰੂਰੀ ਹੈ, ਮੈਂ ਸਮਝਦਾ, ਜੇ ਆਪਾਂ ਉਹਦੀ ਰਹਿਮਤ ਲੈਣੀ ਹੈ ਕਿ ਹਾਜ਼ਰ ਹਜ਼ੂਰ ਖੁਦਾ ਹੈ, ਉਹ ਹੈ ਵੀ ਸੱਚ ਹੈ, ਇਸ ਵਕਤ ਵੀ ਹੈ। ਉਹਦੇ ਸਨਮੁਖ ਹੋ ਕੇ ਆਪਣੇ ਆਪ ਨੂੰ ਪੇਸ਼ ਕਰਨਾ। ਆਪਾਂ ਪਹਿਲਾਂ ਆਪਣੇ ਮਨ 'ਚ ਭਾਵਨਾ ਲਿਆਉਣੀ ਕਿ ਮਹਾਰਾਜ ਮੇਰੇ ਸਾਹਮਣੇ ਖੜੇ ਨੇ ਜਾਂ ਮੇਰੇ ਸਾਹਮਣੇ ਬੈਠੇ ਨੇ ਤੇ ਮੈਂ ਉਹਨਾਂ ਨੂੰ ਕਹਿ ਰਿਹਾ। ਕਿਉਂਕਿ ਜੇ ਸਾਡੀ ਇਵੇਂ ਦੀ ਭਾਵਨਾ ਬਣ ਜਾਏਗੀ ਨਾ, ਜੇ ਅਸੀਂ ਇਸ ਤਰੀਕੇ ਦੇ ਨਾਲ ਅੱਗੇ ਵਧਾਂਗੇ, ਇਸ ਜੁਗਤੀ ਦੇ ਨਾਲ ਵਧਾਂਗੇ, ਤੇ ਹੋ ਸਕਦਾ ਉਹ ਰਹਿਮ ਦੇ ਘਰ ਵਿੱਚ ਆ ਕੇ ਬੈਠ ਹੀ ਜਾਏ। ਜਿਵੇਂ ਆਪਾਂ ਪਿੱਛੇ ਵੀ ਉਦੋਂ ਗੱਲ ਕੀਤੀ ਸੀ ਕਿ ਭਗਤ ਨਾਮਦੇਵ ਜੀ ਤੇ ਭਗਤ ਧੰਨਾ ਜੀ ਐਸੇ ਮਹਾਂਪੁਰਖ ਹੋਏ ਨੇ ਕਿ ਇਹਨਾਂ ਨੂੰ ਪਹਿਲਾਂ ਰੱਬ ਨੇ ਦਿਦਾਰੇ ਦਿੱਤੇ ਨੇ, ਪਹਿਲਾਂ ਦਰਸ਼ਨ ਦਿਦਾਰੇ ਦਿੱਤੇ ਨੇ, ਪਹਿਲਾਂ ਇਹਨਾਂ ਦੇ ਕਾਰਜ ਕੀਤੇ ਨੇ, ਤੇ ਬੰਦਗੀ ਇਹਨਾਂ ਨੇ ਬਾਅਦ 'ਚ ਕੀਤੀ ਉਸ ਜਨਮ ਦੇ ਵਿੱਚ। ਸੋ ਇਹ ਕੋਈ ਪਤਾ ਨਹੀਂ ਹੁੰਦਾ ਕਿ ਪਿਛਲਾ ਕਿਹਦਾ ਕਿੰਨਾ ਤਗੜਾ ਹੈ। ਸੋ ਜੇ ਮਨ ਕਰਦਾ ਨਾਮ ਜਪਣ ਨੂੰ ਤੇ ਵਧੀਆ ਢੰਗ ਦੇ ਨਾਲ, ਕਿਉਂਕਿ ਜੇ ਆਪਾਂ ਪਾਪਾਂ ਦੀ ਢੇਰੀ ਲਾ ਦਾਂਗੇ ਨਾ, ਤੇ ਉਹਦੀ ਮਿਹਰ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉੱਥੇ ਹੀ ਸਵਾਹ ਹੋ ਜਾਏਗੀ। ਆਪਾਂ ਕਨਫੈਸ ਤਾਂ ਕਰ ਦਈਏ, ਆਪਾਂ ਆਪਣੇ ਵੱਲੋਂ ਤੌਬਾ ਤਾਂ ਕਰ ਦਈਏ ਕਿ ਮਹਾਰਾਜ ਪਿਛਲੇ ਬਖਸ਼ ਲਓ, ਤੇ ਹੁਣ ਅੱਗੋਂ ਆਪਣੇ ਰਾਹ ਪਾ ਲਓ। ਮੈਂ ਬੜਾ ਟਾਈਮ ਵੇਸਟ ਕਰ ਲਿਆ, ਹੁਣ ਨਹੀਂ ਹੋਰ ਕਰਨਾ ਚਾਹੁੰਦਾ। ਠੀਕ ਹੈ, ਮੇਰੀ ਰੋਜ਼ੀ ਰੋਟੀ ਵੀ ਹੈ, ਤੁਸੀਂ ਗ੍ਰਸਤੀ ਬਣਾਇਆ ਜਾਂ ਤੁਸੀਂ ਗ੍ਰਸਤ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ, ਤੇ ਮੇਰੀ ਰੋਜ਼ੀ ਰੋਟੀ ਦਾ ਵੀ ਚੱਲੀ ਜਾਏ, ਤੇ ਨਾਲ ਮੈਨੂੰ ਆਹ ਜਿਹੜਾ ਤੁਸੀਂ ਨਾ ਇਹ ਦਾਤ ਦੇ ਦਿਓ। ਹੁਣ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜ ਸਕਾਂ, ਬਾਣੀ ਪੜ੍ਹ ਸਕਾਂ, ਨਾਮ ਜਪ ਸਕਾਂ,
ਤੇ ਕੋਸ਼ਿਸ਼ ਕਰੋ ਕਿ ਰਸ ਲੈ ਲੈ ਕੇ ਹੁਣ ਸਮਾਂ ਕੁਝ ਐਵੇਂ ਦਾ ਕਿ ਆਪਾਂ ਜ਼ਿਆਦਾ ਵੱਡੀਆਂ ਇਕੱਤਰਤਾਵਾਂ ਵਾਲੀਆਂ ਸੰਗਤਾਂ 'ਚ ਵੀ ਨਹੀਂ ਜਾ ਸਕਦੇ। ਵੈਸੇ ਸੰਗਤ ਦੇ ਵਿੱਚ ਇਹ ਖੇਡ ਜਲਦੀ ਵਰਤ ਜਾਂਦੀ ਹੈ, ਕਿਉਂਕਿ ਸੰਗਤ ਦੇ ਵਿੱਚ ਬੜੀਆਂ ਬੜੀਆਂ ਬਖਸ਼ਿਸ਼ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ। ਹੋਰ ਵੀ ਬਖਸ਼ਿਸ਼ ਵਾਲੀ ਰੂਹ ਦੇ ਲਾਗੇ ਬਹਿ ਕੇ ਨਾਮ ਜਪਣਾ ਤੇ ਆਪ ਇਕੱਲਿਆਂ ਬੈਠ ਕੇ ਨਾਮ ਜਪਣਾ, ਇਹਦੇ ਵਿੱਚ ਬਹੁਤ ਫਰਕ ਰਹਿੰਦਾ। ਕਿਉਂਕਿ ਸਾਡੀ ਰੂਹ ਨੇ ਕਦੋਂ ਉਡਾਰੀ ਮਾਰ ਕੇ ਗੁਰੂ ਸਾਹਿਬ ਜੀ ਦੀ ਉਸ ਹਜ਼ੂਰੀ 'ਚ ਪਹੁੰਚਣਾ, ਤੇ ਇੱਕ ਹੋ ਸਕਦਾ ਜਿਹੜਾ ਬਖਸ਼ਿਸ਼ ਵਾਲਾ ਉਹ ਮਹਾਰਾਜ ਨੂੰ ਵੈਸੇ ਹਾਜ਼ਰ ਨਾਜ਼ਰ ਕਰਕੇ ਬੈਠਾ ਹੋਏ, ਤੇ ਜੇ ਉਹਦੇ ਕਰਕੇ ਮਹਾਰਾਜ ਆਏ ਹੋਣਗੇ ਤੇ ਉਹਨਾਂ ਦਾ ਧਿਆਨ ਸਾਡੇ ਵੱਲ ਵੀ ਪੈ ਹੀ ਜਾਣਾ ਵੀ ਇੱਕ ਆ ਵੀ ਭਰਾ ਬੈਠਾ, ਆਹ ਭੈਣ ਬੈਠੀ ਹੈ, ਆਹ ਬੀਬੀ ਆ ਵੀ ਬੈਠੀ ਹੈ। ਸੋ ਸੰਗਤ ਦਾ ਲਾਭ ਤਾਂ ਹੈ ਹੀ ਹੈ, ਪਰ ਹੁਣ ਇਹ ਸਮਾਂ ਇਵੇਂ ਦਾ ਕਿ ਆਪਾਂ ਕੁਝ ਉਸ ਢੰਗ ਦੇ ਨਾਲ ਸੰਗਤਾਂ 'ਚ ਵੀ ਨਹੀਂ ਵਿਚਰ ਸਕਦੇ। ਪਰ ਮੈਂ ਸਮਝਦਾ ਕਿ ਜਦੋਂ ਜਾਗੇ ਉਦੋਂ ਸਵੇਰਾ ਸਮਝ ਲਈਏ, ਤੇ ਜੇ ਆਪਾਂ ਪਹਿਲਾਂ ਹੀ ਜਾਗੇ ਹੋਏ ਸੀ, ਤੁਰੇ ਹੋਏ ਸੀ, ਤੇ ਫਿਰ ਆਪਾਂ ਉਸ ਚੀਜ਼ ਨੂੰ ਹੋਰ ਵਧਾ ਲਈਏ। ਵਧਾਉਣ ਦੇ ਦੋ ਹੀ ਤਰੀਕੇ ਨੇ, ਇੱਕ ਤਾਂ ਜਪੀ ਜਾਈਏ, ਇੱਕ ਸੇਵਾ ਕਰੀ ਜਾਈਏ, ਤੇ ਇੱਕ ਤੀਜਾ ਜਿਹੜਾ ਇਹਦਾ ਸਾਡਾ ਸਹਾਇਕ ਹੋ ਸਕਦਾ ਇਹਦੇ ਵਾਸਤੇ, ਉਹ ਹੈ ਕਿ ਆਪਣੇ ਆਪ ਨੂੰ ਨਿਰਮਾਨਤਾ 'ਚ ਲਿਆ ਕੇ ਤੇ ਅਰਦਾਸਾਂ ਕਰੀ ਜਾਈਏ। ਜਿਵੇਂ ਪਿੱਛੇ ਆਪਾਂ ਰਾਜਾ ਰਤਨ ਰਾਏ ਦਾ ਜਦੋਂ ਪ੍ਰਸੰਗ ਆਪਾਂ ਵਿਚਾਰਿਆ ਸੀ ਇਤਿਹਾਸ ਦਾ, ਉਹਦੇ ਵਿੱਚ ਬਾਰ-ਬਾਰ ਇੱਕ ਗੱਲ ਆਉਂਦੀ ਸੀ, ਰਾਣੀ ਸਵਰਨਮਤੀ ਉਹਨੂੰ ਸਮਝਾਉਂਦੀ ਸੀ ਕਿ ਤੂੰ ਜੋ ਵੀ ਕਰ ਰਿਹਾ ਹੰਕਾਰ 'ਚ ਨਹੀਂ ਆਉਣਾ, ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ। ਕੋਈ ਸੇਵਾ ਦਾ ਹੰਕਾਰ ਆ ਜੇ, ਜਾਂ ਨਾਮ ਜਪਣ ਦਾ, ਜਾਂ ਬਾਣੀ ਪੜ੍ਹਨ ਦਾ, ਜਾਂ ਮੇਰੇ ਵਰਗੇ ਨੂੰ ਇਹ ਹੰਕਾਰ ਆ ਜੇ ਕਿ ਮੈਂ ਬੋਲਦਾ ਬੜਾ ਸੋਹਣਾ, ਜਾਂ ਮੈਨੂੰ ਗੱਲਾਂ ਬੜੀਆਂ ਆਉਂਦੀਆਂ ਨੇ। ਸੋ ਕਿਸੇ ਗੱਲ ਦਾ ਵੀ ਨਹੀਂ, ਬਸ ਤੂੰ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜਦੋਂ ਆਪਾਂ ਉਹਦੇ ਸਮਰਪਿਤ ਹੋ ਕੇ ਤੁਰਾਂਗੇ ਨਾ, ਤੇ ਜਪਾਂਗੇ ਪਿਆਰ ਦੇ ਵਿੱਚ, ਜੇ ਉਹ ਪਿਆਰ 'ਚ ਆ ਗਿਆ ਤੇ ਫਿਰ ਸਾਡਾ ਸਾਰਾ ਕੁਝ ਹੀ ਸੌਰ ਜਾਣਾ। ਤੇ ਉਹਨੂੰ ਪਿਆਰ 'ਚ ਲਿਆਉਣ ਦੀ ਜੁਗਤੀ ਤਾਂ ਉਹਨਾਂ ਆਪ ਹੀ ਸਾਨੂੰ ਸਾਰੀਆਂ ਜੁਗਤੀਆਂ ਦੱਸੀਆਂ ਹੋਈਆਂ ਨੇ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ। ਆਪਣੇ ਮਨ 'ਚ ਪਿਆਰ ਲੈ ਕੇ ਜੇ ਵਾਹਿਗੁਰੂ ਵੀ ਕਹਿਣਾ, ਉਹ ਵੀ ਇੱਕ ਜਿੱਦਾਂ ਆਵਾਜ਼ ਮਾਰੀ ਦੀ ਹੈ ਨਾ, ਉਹਦੇ 'ਚੋਂ ਖਿੱਚ ਉਹ ਦਰਦ ਜਿਹੜਾ ਉਹ ਤੁਹਾਡਾ ਪਹੁੰਚਣਾ ਚਾਹੀਦਾ ਕਿ ਕੋਈ ਕੂਕਦਾ ਪਿਆ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਵਾਹਿਗੁਰੂ, ਜਿੱਦਾਂ ਆਪਾਂ ਕਿਸੇ ਨੂੰ ਆਵਾਜ਼ ਲਗਾਈ ਦੀ ਹੈ ਨਾ, ਥੋੜ੍ਹੀ ਜਿਹੀ ਖਿੱਚ ਸਾਡੇ ਅੰਦਰ ਗੁਰੂ ਪੈਦਾ ਕਰਦੇ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ,
सब बैरन को आज संगरिया, पूर्ण होए हमारी आशा, तोर भजन की रहे प्यासा। तुम्हें छाड़ कोई अवर न त्याऊं, जो बर चाहूं सो तुम ते पाऊं। सेवक सिख हमारे तारिया, चुन चुन शत्र हमारे मारिया। आप हाथ दे मुझे बरिया, मरण काल का त्रास न वरिया। हु जो सदा हमारे पच्छा, श्री हस्त जू करियो रक्षा। राख लिहो मोहे राखण हारे, ਸਾਹਿਬ ਸੰਤ ਸਹਾਏ ਪਿਆਰੇ। ਇਸ ਢੰਗ ਦੇ ਨਾਲ ਸੰਗਤ ਜੀ ਜੇ ਆਪਾਂ ਪਿਆਰ ਦੇ ਨਾਲ ਭਿੱਜ ਕੇ ਬੇਨਤੀ ਰੂਪ ਦੇ ਵਿੱਚ ਹੋ ਕਰਕੇ ਇੱਦਾਂ ਬਾਣੀ ਦੇ ਨਾਲ ਜੁੜਨਾ ਕਰਾਂਗੇ ਤੇ ਮੈਨੂੰ ਲੱਗਦਾ ਕਿ ਸਤਿਗੁਰੂ ਜਲਦੀ ਕਿਰਪਾ ਕਰ ਦੇਣਗੇ। ਇੱਕ ਹੋਰ ਜੁਗਤੀ ਸੰਗਤਾਂ 'ਚੋਂ ਪ੍ਰਾਪਤ ਹੁੰਦੀ ਹੈ। ਆਮ ਤੌਰ ਤੇ ਤਾਂ ਕਈ ਵਾਰੀ ਆਪਾਂ ਨੂੰ ਇਹ ਵੀ ਸੁਣਨ 'ਚ ਮਿਲਦਾ ਨਾ ਕਿ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ, ਜਾਂ ਇਹ ਕੋਈ ਵਪਾਰ ਨਹੀਂ ਹੈ। ਪਰ ਇਹ ਇਵੇਂ ਦਾ ਵਪਾਰ ਤਾਂ ਬਿਲਕੁਲ ਨਹੀਂ ਹੈ ਜਿਹੜਾ ਦੁਨੀਆਦਾਰੀ ਦਾ ਵਪਾਰ ਹੈ, ਪਰ ਇਹ ਵਣਜ ਜ਼ਰੂਰ ਹੈਗਾ। ਇਹ ਵਣਜ ਜ਼ਰੂਰ ਹੈ, ਦੁਨਿਆਵੀ ਵਪਾਰ ਨਹੀਂ ਹੈ, ਉਹ ਲੈਣ ਦੇਣ ਨਹੀਂ ਹੈ, ਪਰ ਇਹ ਉਹ ਵੀ ਖੇਡ ਹੈਗੀ ਹੈ। ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਰ, ਐਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਸੋ ਇਹ ਵਣਜ ਜੇ ਆਪਾਂ ਕਰਨਾ ਆਰੰਭ ਕਰਨ ਰਹੇ ਹਾਂ ਜਾਂ ਕਰਨਾ ਸੋਚਦੇ ਪਏ ਹਾਂ, ਤੇ ਜਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ, ਜੇ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਮੈਂ ਜਿਹੜੀ ਦਾਤ ਮੰਗ ਰਿਹਾ ਉਹ ਤਾਂ ਬਹੁਤ ਵੱਡੀ ਹੈ, ਮੇਰੀ ਸੇਵਾ ਜਾਂ ਮੇਰੀ ਬੰਦਗੀ ਉਹ ਤਾਂ ਬਹੁਤ ਛੋਟੀ ਹੈ, ਤੇ ਆਪਾਂ ਇੱਕ ਪਿਆਰ ਦੇ ਨਾਲ ਇੱਕ ਮਹਾਰਾਜ ਦੇ ਨਾਲ ਬਚਨ ਕਰ ਸਕਦੇ, ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਮੈਂ ਆਹ ਸੇਵਾ ਕਰ ਲਵਾਂਗਾ, ਮੈਂ ਆਹ ਬਾਣੀ ਪੜ੍ਹ ਲਵਾਂਗਾ, ਜਿਹਨੂੰ ਆਪਣੇ ਸਿੱਖੀ ਰਹੁ ਰੀਤਾਂ ਦੇ ਵਿੱਚ ਆਪਾਂ ਸੁਣਦੇ ਆਏ ਹਾਂ ਨਾ, ਕਿ ਸੁੱਖਣਾ ਸੁੱਖ ਲੈਣੀ। ਇਹ ਇੱਕ ਵਚਨ ਹੈ, ਇੱਕ ਜਿਵੇਂ ਕਹਿ ਲਈਏ ਨਾ ਪ੍ਰਣ ਕਰ ਲੈਣਾ। ਤੇ ਜ਼ਿਆਦਾਤਰ ਇਵੇਂ ਹੁੰਦਾ ਕਿ ਜਦੋਂ ਅਸੀਂ ਕੋਈ ਵਚਨ ਕਰ ਲੈਂਦੇ ਹਾਂ ਨਾ, ਤੇ ਫਿਰ ਮਹਾਰਾਜ ਦੀ ਮੇਰੇ ਨਾਲ ਨਿਭ ਹੀ ਜਾਂਦਾ ਹੈ। ਕੋਈ ਵਿਰਲਾ ਟਾਵਾਂ ਹੁੰਦਾ ਜਿਹੜਾ ਉਸ 'ਤੇ ਵੀ ਢਿੱਲ ਵਰਤ ਜੇ, ਪਰ ਸੋ ਇਹਨੂੰ ਵਪਾਰ 'ਚ ਨਹੀਂ ਲੈਣਾ, ਇਹਨੂੰ ਪਿਆਰ 'ਚ ਹੀ ਲੈਣਾ। ਇਹਨੂੰ ਜੇ ਆਪਾਂ ਇਵੇਂ ਸਮਝ ਲਈਏ ਨਾ ਕਿ ਆਪਾਂ ਕੁਝ ਚੀਜ਼ ਉਧਾਰੀ ਮੰਗ ਰਹੇ ਹਾਂ, ਥੋੜ੍ਹੀ ਜਿਹੀ ਉਧਾਰੀ ਵੀ ਮੰਗ ਲਈਏ ਤਾਂ ਵੀ ਕੋਈ ਗੱਲ ਨਹੀਂ ਸੰਗਤ ਜੀ। ਜੇ ਸਾਡਾ ਉਧਾਰੀ ਦੇ ਨਾਲ ਹੀ ਸਾਡਾ ਵਪਾਰ ਸ਼ੁਰੂ ਹੋ ਜਾਏ ਨਾ, ਤੇ ਜਦੋਂ ਅਸੀਂ ਉਧਾਰੀ ਮੰਗਾਂਗੇ ਨਾ, ਤੇ ਉਹਨੇ ਦੇਣ ਲੱਗੇ ਨੇ ਫਿਰ ਥੋੜ੍ਹੀ ਜਿਹੀ ਨਹੀਂ ਦੇਣੀ, ਉਹਨੇ ਬਹੁਤ ਦੇ ਦੇਣੀ ਹੈ, ਕਿਉਂਕਿ ਉਹਦਾ ਦੇਣ ਵਾਲੇ ਦਾ ਦਿਲ ਬਹੁਤ ਵੱਡਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੇ ਖਾਸ ਤੌਰ ਤੇ ਜੇ ਕਿਤੇ ਉਹਦੇ ਕੋਲ ਬੰਦਗੀ ਮੰਗ ਲਈਏ ਨਾ, ਤੇ ਫਿਰ ਤੋਂ ਵੈਸੇ ਹੀ ਬੜਾ ਖੁਸ਼ ਹੋ ਜਾਂਦਾ। ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਿਤੇ ਬੰਦਗੀ, ਭਗਤੀ, ਇਹ ਪਿਆਰ ਹੈ, ਇਹ ਚੀਜ਼ਾਂ ਜੇ ਮੰਗੀ ਹੈ ਨਾ ਕਿਤੇ, ਤੇ ਵੈਸੇ ਬੜਾ ਖੁਸ਼ ਹੁੰਦਾ ਕਿ ਇਹ ਉਹ ਚੀਜ਼ ਮੰਗ ਰਿਹਾ ਜਿਹੜੀ ਚੀਜ਼ ਵਾਸਤੇ ਮੈਂ ਇਹਨਾਂ ਨੂੰ ਬਾਰ-ਬਾਰ ਆਖਿਆ ਵੀ ਇਹ ਚੀਜ਼ ਲਓ, ਇਹਦੇ 'ਚ ਤੁਹਾਡੀ ਤਰੱਕੀ ਆ। ਸੋ ਓਟ ਆਸਰਾ ਲੈ ਕੇ ਚੱਲੀਏ, ਆਸ ਓਟ ਪ੍ਰਭ ਤੋਰੀ।
ਸੋ ਆਸ ਊਟ ਦੇ ਨਾਲ ਚੱਲਾਂਗੇ, ਉਹ ਫਿਰ ਜੇ ਸਾਡੀ ਬਾਂਹ ਫੜ ਲਏਗਾ ਨਾ ਤੇ ਫਿਰ ਉਹ ਉਹਨਾਂ ਮੰਜ਼ਿਲਾਂ ਤੱਕ ਲੈ ਜਾਏਗਾ ਜਿਹੜੀਆਂ ਸ਼ਾਇਦ ਅਸੀਂ ਕਦੀ ਜ਼ਿੰਦਗੀ 'ਚ ਸੋਚੀਆਂ ਵੀ ਨਹੀਂ ਹੋਣਗੀਆਂ, ਜਿਨ੍ਹਾਂ ਬਾਰੇ ਸਾਨੂੰ ਚੇਤਾ ਵੀ ਨਹੀਂ ਹੋਏਗਾ ਨਾ, ਉੱਥੋਂ ਤੱਕ ਸਾਨੂੰ ਲੈ ਜਾਏਗਾ। ਪਰ ਹੁਣ ਇਹੀ ਹੈ ਕਿ ਆਪਾਂ ਆਪਣੀ ਬਾਂਹ ਤਾਂ ਫੜਾਈ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਫਿਰ ਕਿਸੇ ਦੇ ਨਾਲ ਟੁੱਟ ਵੀ ਜਾਣੀ ਹੈ, ਫਿਰ ਉਹਦਾ ਬਹੁਤਾ ਫਿਕਰ ਨਾ ਕਰਿਓ, ਕਿਉਂਕਿ ਬਹੁਤਿਆਂ ਦਾ ਯਾਰ ਜਿਹੜਾ ਹੁੰਦਾ ਨਾ, ਕਿਸੇ ਇੱਕ ਦੇ ਨਾਲ ਪੂਰੀ ਪ੍ਰੀਤ ਨਹੀਂ ਨਿਭਾ ਪਾਉਂਦਾ। ਇਹ ਵੀ ਇੱਕ ਸੱਚਾਈ ਹੈ। ਸੋ ਜੇ ਇੱਕ ਦੇ ਨਾਲ ਬਹੁਤੀ ਯਾਰੀ ਗੂੜੀ ਪਾਉਣੀ ਹੈ ਨਾ, ਫਿਰ ਕਿਸੇ ਨਾ ਕਿਸੇ ਨਾਲੋਂ ਤਾਂ ਟੁੱਟੇਗੀ ਨਾ। ਜਿਹੜੇ ਉੱਧਰੋਂ ਤੋੜਦੇ ਨੇ ਉਹਨਾਂ ਨਾਲ ਤਾਂ ਟੁੱਟੇਗੀ। ਮਨ ਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਉਹ ਘਾਟੇ ਦਾ ਹੀ ਸੌਦਾ ਹੈ। ਜੋ ਟੁੱਟ ਜਾਏਗੀ ਨਾ ਤਾਂ ਚੰਗੇ ਰਵਾਂਗੇ। ਸੋ ਜ਼ਿੰਦਗੀ ਦੇ ਵਿੱਚ ਜੇ ਕੋਈ ਐਸਾ ਸਮਾਂ ਆਏ, ਜਿਵੇਂ ਦਾ ਮੈਂ ਸਮਝਦਾ ਹੁਣ ਜ਼ਿਆਦਾਤਰ ਸੰਗਤਾਂ ਇਸ ਗੱਲ ਦਾ ਲਾਹਾ ਜ਼ਰੂਰ ਲੈ ਰਹੀਆਂ ਨੇ, ਜਗ੍ਹਾ ਜਗ੍ਹਾ ਤੋਂ ਜਿਵੇਂ ਜਾਣਕਾਰੀ ਮਿਲਦੀ ਹੈ, ਪਹਿਲੇ ਦੇ ਨਾਲੋਂ ਕਾਫੀ ਭਜਨ ਬੰਦਗੀ ਵਧੀ ਹੋਈ ਹੈ। ਘਰ ਘਰ ਅੰਦਰ ਧਰਮਸਾਲ ਵਾਲਾ ਜਿਹੜਾ ਗੁਰੂ ਸਾਹਿਬ ਜੀ ਦਾ ਜਿਹੜੀ ਉਹ ਮੇਰ ਰਹਿਮਤ ਆ, ਭਾਈ ਗੁਰਦਾਸ ਜੀ ਨੇ ਜੋ ਬਿਆਨ ਕੀਤੀ ਸੀ, ਉਹ ਚੱਲਦੀ ਪਈ ਹੈ। ਅੱਗੇ ਨਾਲੋਂ ਭਜਨ ਬੰਦਗੀ ਕਾਫੀ ਵਧੀ ਆ। ਸੋ ਆਪਾਂ ਉਸ ਨੂੰ ਹੋਰ ਅੱਗੇ ਵਧਾ ਲਈਏ। ਜੇ ਤੁਰ ਰਹੇ ਹਾਂ ਤੇ ਤੁਰ ਪਈਏ, ਤੇ ਜੇ ਤੁਰੇ ਹੋਏ ਹਾਂ ਤੇ ਥੋੜ੍ਹੇ ਜਿਹੇ ਹੁਣ ਦੌੜਨ ਵਾਂਗੂ ਥੋੜ੍ਹੀ ਜਿਹੀ ਆਪਣੀ ਉਸ ਚੀਜ਼ ਨੂੰ ਹੋਰ ਵਧਾਈਏ। ਕੋਈ ਨਾ ਕੋਈ ਕਿਆ ਸੇਵ ਕਮਾਉ, ਕਿਆ ਕਹਿ ਰਜਾਉ। ਆਪਣੇ ਮਨ 'ਚ ਚੀਜ਼ਾਂ ਜਿਹੜੀਆਂ ਉਹ ਸਦਾ ਹੀ ਬਣੀਆਂ ਰਹਿਣ। ਮੈਂ ਉਸ ਆਪਣੇ ਮਾਲਕ ਨੂੰ ਕਿਵੇਂ ਰਜਾ ਸਕਦਾ, ਕੀ ਸੇਵ ਕਰਾਂ, ਮੈਂ ਕੀ ਜਪਾਂ, ਕਿਵੇਂ ਜਪਾਂ। ਤੇ ਕੋਸ਼ਿਸ਼ ਕਰ ਸਕਦੇ ਇੱਕ ਸੰਗਤ ਜੀ ਆਪਾਂ ਕਿ ਜੇ ਆਪਣਾ ਘਰ ਪਰਿਵਾਰ 'ਚ ਹੀ 5-4 ਜੀ ਤਾਂ ਆਪਾਂ ਹੁੰਨੇ ਹੀ ਆਮ ਤੌਰ 'ਤੇ ਘਰਾਂ 'ਚ, ਤੇ ਜੇ ਆਪਾਂ ਸਾਰੇ ਮਿਲ ਬੈਠ ਕੇ ਥੋੜ੍ਹਾ ਜਿਹਾ, ਜ਼ਰੂਰੀ ਨਹੀਂ ਕਿ ਸਾਨੂੰ ਰਾਗ ਵਿਦਿਆ ਹੀ ਆਉਂਦੀ ਹੋਊਗੀ ਤੇ ਤਾਂ ਹੀ ਆਪਾਂ ਕੁਝ ਕੀਰਤਨ ਕਰ ਸਕਦੇ ਹਾਂ। ਕੀਰਤ ਜਿਹੜਾ ਹੀ ਹੈ, ਵਡਿਆਈ ਕਰਨੀ ਜਿਹੜੀ ਹੈ, ਆਪਾਂ ਜਿਵੇਂ ਦਾ ਵੀ ਬੋਲ ਹੋਏਗਾ ਨਾ, ਜੇ ਪਿਆਰ ਦੇ ਨਾਲ ਉਹਨੂੰ ਪੁਕਾਰਾਂਗੇ ਤੇ ਉਹ ਸੁਣ ਲੈਂਦਾ ਹੈ। ਇਹ ਉਹਦਾ ਸੁਭਾਅ ਆ। ਉਹ ਭੋਲਿਆਂ ਭਾਲਿਆਂ ਦੀ ਪਹਿਲਾਂ ਸੁਣਦਾ। ਸੋ ਜੇ ਪਿਆਰ ਦੇ ਨਾਲ, ਜਿਵੇਂ ਆਪਾਂ ਜੋਟੀਆਂ ਚੀਜ਼ਾਂ ਜਿਵੇਂ ਵੀ ਹੋ ਸਕਦਾ, ਕਿਉਂਕਿ ਹੁਣ ਇਹ ਵੀ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤੇ ਪ੍ਰਬੰਧਾਂ ਦਾ ਵੀ ਸਮਾਂ ਨਹੀਂ ਕਿ ਆਪਾਂ ਕਿਵੇਂ ਕਰੀਏ, ਪਰ ਜਿਵੇਂ ਦਾ ਵੀ ਸਾਨੂੰ ਆਉਂਦਾ ਹੈ ਨਾ, ਉਹਨੂੰ ਪਿਆਰ ਦੇ ਨਾਲ। ਇੱਕ ਬਹੁਤ ਸਮਾਂ ਪਹਿਲਾਂ ਮੈਂ ਇੱਕ ਲੇਖ ਪੜ੍ਹਿਆ ਸੀ, ਉਹਦਾ ਸਰਲੇਖ ਸੀਗਾ ਕਿ ਕੀਰਤਨ ਗੁਰੂ ਸਾਹਿਬ ਨੂੰ ਸੁਣਾਉਣਾ। ਉਸ ਵੇਲੇ ਉਨੀ ਗੱਲ ਸਮਝ ਨਹੀਂ ਸੀ ਲੱਗੀ, ਫਿਰ ਹੌਲੀ ਹੌਲੀ ਇਹ ਗੱਲ ਸਮਝ ਆਉਂਦੀ ਗਈ। ਤੇ ਜੇ ਆਪਾਂ ਇਵੇਂ ਚੱਲੀਏ ਨਾ, ਕਿਉਂਕਿ ਜ਼ਿਆਦਾਤਰ ਜਿਹੜਾ ਸਾਡਾ ਹੁੰਦਾ ਹੈ ਨਾ, ਜਦੋਂ ਆਪਾਂ ਕੀਰਤਨ ਜਾਂ ਕਥਾ ਵਿਚਾਰ ਜਾਂ ਕੋਈ ਗੱਲ ਕਰਦੇ ਹਾਂ, ਆਪਾਂ ਜ਼ਿਆਦਾਤਰ ਸੰਗਤ ਦੇ ਪਰਥਾਏ ਸਾਡਾ ਚਿੱਤ ਹੁੰਦਾ ਵੀ ਸੰਗਤ ਬੈਠੀ ਸੁਣ ਰਹੀ ਕਿ ਨਹੀਂ ਸੁਣ ਰਹੀ। ਪਰ ਅਸਲ 'ਚ ਜੇ ਸਾਡੀ ਭਾਵਨਾ ਗੁਰੂ ਸਾਹਿਬ ਨੂੰ ਸੁਣਾਉਣ ਦੀ ਹੋਏਗੀ ਨਾ, ਤੇ ਮੈਨੂੰ ਲੱਗਦਾ ਕਿ ਫਿਰ ਬਾਕੀ ਸਾਰੇ ਪਾਸੇ ਆਪੇ ਚੱਲ ਜਾਣੀ ਹੈ। ਜੇ ਗੁਰੂ ਸਾਹਿਬ ਨੇ ਸੁਣ ਲਿਆ ਤੇ ਫਿਰ ਸ਼ਹੀਦਾਂ ਸਿੰਘਾਂ ਤੱਕ ਵੀ ਚੱਲ ਜਾਣੀ, ਹੋਰ ਜਿੰਨੇ ਵੀ ਉਹਨਾਂ ਦੀ ਅਮਲਾ ਫੈਲਾ ਸਾਰੀ ਉਹਨਾਂ ਦੀ ਦਰਗਾਹੀ ਫੌਜ ਸਭ ਤੱਕ ਪਹੁੰਚ ਜਾਣੀ ਹੈ। ਤੇ ਉਹਨਾਂ ਦੇ ਰਾਹੀਂ ਜੇ ਸੰਗਤ ਦੇ ਉੱਤੇ ਆ ਕੇ ਫਿਰ ਉਹ ਚੀਜ਼ ਵਰਸੇਗੀ ਤੇ ਉਹਦੀ ਪਾਵਰ ਕਈ ਗੁਣਾ ਵੱਧ ਚੁੱਕੀ ਹੋਏਗੀ। ਜੇ ਸਾਡੇ ਬੋਲ ਜਿਹੜੇ ਸਿੱਧੇ ਸੰਗਤ ਤੱਕ ਜਾਣੇ, ਉਹਦਾ ਓਨਾ ਅਸਰ ਨਹੀਂ ਹੈ। ਪਰ ਜੇ ਉਹ ਵਾਇਆ ਗੁਰੂ ਸਾਹਿਬ ਹੋ ਕੇ ਪਹੁੰਚਣਗੇ ਤੇ ਫਿਰ ਉਹ ਕਈ ਗੁਣਾ
ਉਸ ਚੀਜ਼ ਦਾ ਅਸਰ ਵੱਧ ਜਾਂਦਾ। ਤਾਂ ਹੀ ਕਈ ਵਾਰੀ ਮਹਿਸੂਸ ਹੁੰਦਾ ਕਿ ਅੱਜ ਬੜਾ ਆਨੰਦ ਆਇਆ। ਇਹ ਸ਼ਬਦ ਤਾਂ ਵੈਸੇ ਪਹਿਲਾਂ ਵੀ ਕਈ ਵਾਰੀ ਸੁਣਿਆ ਸੀ, ਪਰ ਅੱਜ ਜਿਹੜਾ ਸੁਣਿਆ ਨਾ, ਅੱਜ ਇਹਦਾ ਆਨੰਦ ਹੀ ਵੱਖਰਾ ਸੀ। ਸੋ ਰਹਿਮਤ ਜਿਹੜੀ ਆਪਾਂ ਉਸ ਰਹਿਮਤ ਨੂੰ ਮਾਨਣ ਦੇ ਵਾਲੇ ਪਾਸੇ ਤੁਰੀਏ ਤੇ ਗੁਰੂ ਸਾਹਿਬ ਕਿਰਪਾ ਕਰਨ, ਉਹ ਸਾਨੂੰ ਉਹਦੀ ਰਸੀਦ ਦੇਣ, ਕਿਉਂਕਿ ਜਦੋਂ ਅੱਗੋਂ ਕੋਈ ਹੁੰਗਾਰਾ ਦੇ ਦੇ ਨਾ ਤੇ ਫਿਰ ਉਤਸ਼ਾਹ ਵੱਧ ਜਾਂਦਾ। ਜੇ ਆਪਾਂ ਆਵਾਜ਼ ਦਿੰਦੇ ਹਾਂ ਤੇ ਜੇ ਅੱਗੋਂ ਸਾਨੂੰ ਥੋੜ੍ਹਾ ਜਿਹਾ ਵੀ ਹੁੰਗਾਰਾ ਆ ਜਾਏ ਤੇ ਸਾਨੂੰ ਪਤਾ ਹੁੰਦਾ ਵੀ ਸਾਡੀ ਗੱਲ ਸੁਣ ਲਈ ਹੈ ਕਿਸੇ ਨੇ। ਤੇ ਜੇ ਰੱਬ ਵੀ ਸਾਨੂੰ ਹੁੰਗਾਰਾ ਦੇਣ ਲੱਗ ਪਏ ਤੇ ਫਿਰ ਇਹਦਾ ਮਤਲਬ ਵੀ ਸਾਡਾ ਉਹ ਕੰਮ ਸ਼ੁਰੂ ਹੋ ਗਿਆ। ਜੇ ਉਹਦੀ ਸਾਡੀ ਗੱਲ ਉਹਦੇ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਜੇ ਸਾਡੀ ਗੱਲ ਪਹੁੰਚਣੀ ਸ਼ੁਰੂ ਹੋ ਗਈ ਤੇ ਫਿਰ ਆਪਾਂ ਹੋਰ ਮਿਹਨਤ ਕਰੀਏ ਨਾ, ਹੋਰ ਮਿਹਨਤ ਕਰਾਂਗੇ ਤੇ ਫਿਰ ਹੋਰ, ਤੇ ਜਿਵੇਂ ਜਿਵੇਂ ਜੇ ਸਾਨੂੰ ਇਸ ਕਾਬਲ ਬਣਾ ਲਏਗਾ ਤੇ ਫਿਰ ਗੱਲ ਤਾਂ ਉਹ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਭਗਤ ਸੰਗ ਪ੍ਰਭ ਗੋਸ਼ਟ ਕਰਦਾ। ਉਹ ਤਾਂ ਫਿਰ ਬਹਿ ਕੇ ਗੱਲਾਂ ਵੀ ਕਰਦਾ, ਉਹ ਤਾਂ ਬਹਿ ਕੇ ਵਿਚਾਰਾਂ ਵੀ ਕਰਦਾ। ਆਪਾਂ ਬੇਅੰਤ ਮਹਾਂਪੁਰਖਾਂ ਦੇ ਜੀਵਨ ਪੜ੍ਹੇ ਨੇ, ਉਹਨਾਂ ਦੇ ਵਿੱਚ ਆਪਾਂ ਨੂੰ ਅਕਸਰ ਇਹ ਪ੍ਰਾਪਤ ਹੁੰਦੇ ਨੇ ਗਿਆਨ ਕਿ ਕਿਸ ਢੰਗ ਦੇ ਨਾਲ ਉਹਨਾਂ ਨੇ ਗੁਰੂ ਸਾਹਿਬਾਨ ਦੇ ਨਾਲ, ਜਾਂ ਕਿਵੇਂ ਕਿਵੇਂ ਵਿਚਾਰਾਂ ਉਹਨਾਂ ਦੀਆਂ ਹੋਈਆਂ, ਕਿਵੇਂ ਕਿਵੇਂ ਉਹਨਾਂ ਨੂੰ ਗਿਆਨ ਜਿਹੜਾ ਵਿਜ਼ਨ ਦੇ ਵਿੱਚ ਪ੍ਰਾਪਤ ਹੋਇਆ। ਸੋ ਇਸ ਢੰਗ ਦੇ ਨਾਲ, ਕਿਉਂਕਿ ਇਸ ਲੜੀ ਦਾ ਅੰਤ ਤਾਂ ਕੋਈ ਹੈ ਨਹੀਂ, ਰੱਬ ਦਾ ਕੀ ਅੰਤ ਹੈ? ਬੇਅੰਤਾ ਬੇਅੰਤ ਗੁਣ ਤੇਰੇ। ਬਸ ਇੰਨਾ ਹੀ ਹੈ ਕਿ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ। ਸੋ ਆਓ ਜਾਗੀਏ, ਤੇ ਜੇ ਜਾਗੇ ਹਾਂ ਤੇ ਫਿਰ ਆਪਣਾ ਸ਼ਰਮ ਖੰਡ ਹੋਰ ਵਧਾਈਏ ਤੇ ਪਿਆਰ ਵਿੱਚ ਲੈ ਕੇ ਆਈਏ। ਪਿਆਰ ਦੇ ਬਗੈਰ ਕੁਝ ਨਹੀਂ ਜੇ ਸੰਗਤ ਜੀ। ਤੇ ਜੇ ਕੋਈ ਚੀਜ਼ ਛੱਡਣੀ ਹੈ ਤੇ ਨਿੰਦਾ ਛੱਡਦੀ ਹੈ। ਨਿੰਦਾ ਜਿਹੜੀ ਐਵੇਂ ਆਪਾਂ ਸ਼ੁਗਲ 'ਚ ਹੀ ਕਰੀ ਜਾਂਦੇ ਹਾਂ ਨਾ, ਐਵੇਂ ਕਈ ਵਾਰੀ ਮਹਿਸੂਸ ਹੁੰਦਾ ਕਿ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਸੀ, ਕਿਉਂ ਇਹ ਕਰ ਦਿੱਤੀ ਗਈ। ਐਵੇਂ ਜੀ ਬੇਫਜ਼ੂਲੀ ਗੱਲ ਕਈ ਵਾਰੀ ਆਪਾਂ ਕਰਕੇ ਤੇ ਆਪਣੀ ਕੀਤੀ ਕਰਾਈ, ਤੇ ਜਿੱਦਾਂ ਜਿਉਂ ਕੁੰਚਰ ਇਸ਼ਨਾਨ ਹਾਥੀ ਨਹਾ ਧੋ ਕੇ ਬਾਹਰ ਨਿਕਲਦਾ, ਫਿਰ ਆਪਣੀ ਸੁੰਡ ਦੇ ਨਾਲ ਮਿੱਟੀ ਚੁੱਕ ਚੁੱਕ ਕੇ ਉੱਤੇ ਸੁੱਟ ਲੈਂਦਾ, ਤੇ ਫਿਰ ਉਹਦਾ ਇਸ਼ਨਾਨ ਕੀਤਾ ਕਿਸੇ ਭਾਵ ਹੀ ਨਹੀਂ ਰਹਿ ਜਾਂਦਾ। ਕਈ ਵਾਰੀ ਸਾਡਾ ਵੀ ਇਹੀ ਹਾਲ ਹੁੰਦਾ। ਸੋ ਆਪਣੇ ਆਪ ਨੂੰ ਸੰਭਲੀਏ ਤੇ ਇਸ ਢੰਗ ਦੇ ਨਾਲ ਗੁਰੂ ਦੇ ਨਾਲ ਬੇਨਤੀ ਕਰੀਏ, ਜੋਦੜੀ ਕਰੀਏ, ਮਹਾਰਾਜ ਪ੍ਰਵਾਨ ਕਰਨ। ਸੋ ਆਗਿਆ ਲਵਾਂਗੇ ਜੀ ਇੱਥੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।